ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਪੰਜਾਬ ਵਿੱਚ ਅੱਤਵਾਦ ਦਾ ਦੌਰ ਲੰਘਿਆਂ ਤਕਰੀਬਨ 2 ਦਹਾਕੇ ਹੋ ਗਏ ਨੇ। ਇਹਨਾਂ ਸਮਾਂ ਲੰਘਣ ਦੇ ਬਾਵਜੂਦ ਹਾਲੇ ਤੱਕ ਬਹੁਤ ਸਾਰੇ ਮਸਲੇ ਅਣਸੁਲਝੇ ਪਏ ਨੇ। ਝੂਠੇ ਪੁਲਿਸ ਮੁਕਾਬਲਿਆਂ ਤੋਂ ਲੈ ਕੇ ਲਾਵਾਰਿਸ ਲਾਸ਼ਾਂ ਤੱਕ ਦੇ ਮਸਲੇ ਬਹੁਤ ਅਹਿਮ ਨੇ। ਕਈ ਮਾਮਲਿਆਂ ਵਿੱਚ ਪੀੜਤਾਂ ਨੂੰ ਮੁਆਵਜ਼ੇ ਤੱਕ ਦੀਆਂ ਗੱਲਾਂ ਹੋਈਆਂ ਨੇ, ਪਰ ਕਸੂਰਵਾਰ ਪੁਲਿਸ ਅਫਸਰਾਂ ਨੂੰ ਕਿਸੇ ਨਾ ਕਿਸੇ ਪੱਧਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ ਗਿਆ ਹੈ। ਹੁਣ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਨੇ ਸ਼ਰੇਆਮ ਕਹਿ ਦਿੱਤਾ ਹੈ ਕਿ ਉਸ ਤੋਂ ਝੂਠੇ ਪੁਲਿਸ ਮੁਕਾਬਲੇ ਕਰਵਾਏ ਗਏ ਸਨ। ਇਸ ਨੂੰ ਸਮਾਜਿਕ ਪੱਧਰ ਉੱਤੇ ਤਾਂ ਇਕਬਾਲੀਆ ਬਿਆਨ ਹੀ ਮੰਨਿਆ ਜਾਏਗਾ। ਕਾਨੂੰਨੀ ਪੱਧਰ ਉੱਤੇ ਇਸ ਬਿਆਨ ਦੇ ਕੀ ਮਾਇਨੇ ਨੇ? ਝੂਠੇ ਪੁਲਿਸ ਮੁਕਾਬਲਿਆਂ ਦਾ ਹਵਾਲਾ ਆਉਂਦੇ ਹੀ ਸਾਡੀਆਂ ਯਾਦਾਂ ਵਿੱਚ ਬਹੁਤ ਕੁਝ ਅਣਸੁਖਾਵਾਂ ਉੱਭਰ ਆਉਂਦਾ ਏ। ਇੱਕੋ ਹਵਾਲੇ ਨਾਲ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਤੇ ਗੁਜਰਾਤ ਤੋਂ ਨਾਗਾਲੈਂਡ ਦੇ ਅਨੇਕਾਂ ਮਾਮਲੇ ਤਾਜ਼ਾ ਹੋ ਜਾਂਦੇ ਨੇ। ਬਹੁਤ ਸਾਰੀਆਂ ਫਿਲਮਾਂ ਰਾਹੀਂ ਐਸੇ ਰੁਝਾਨ ਦੀ ਦੂਜੇ ਮੁਲਕਾਂ ਵਿੱਚ ਵੀ ਤਸਦੀਕ ਹੁੰਦੀ ਹੈ। ਪੰਜਾਬ ਵਿੱਚ ਹੋਏ ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਸ ਕਰਾਰ ਦੇ ਕੇ ਸਾੜੀਆਂ ਗਈਆਂ ਲਾਸ਼ਾਂ ਦੇ ਮਾਮਲਿਆਂ ਦੀ ਅਦਾਲਤ ਵਿੱਚ ਹਾਲਤ ਕੁਝ ਵੀ ਹੋਵੇ, ਪਰ ਇਹ ਲੋਕ ਮਨਾਂ ਵਿੱਚ ਹੁਣ ਵੀ ਸੱਜਰੇ ਪਏ ਨੇ। ਜਸਵੰਤ ਸਿੰਘ ਖਾਲੜਾ ਦੇ ਸਵਾਲ ਉਸ ਦੇ ਕਤਲ ਨਾਲ ਖਤਮ ਨਹੀਂ ਹੋਏ, ਉਹ ਅੱਜ ਵੀ ਉਨੇ ਹੀ ਅਹਿਮ ਨੇ। ਪੂਰੀ ਦੁਨੀਆ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਅਸਲਾ ਆਮ ਤੌਰ ਉੱਤੇ ਉਦੋਂ ਹੀ ਸਾਹਮਣੇ ਆਉਂਦਾ ਏ ਜਦੋਂ ਕੋਈ ਅੰਦਰ ਦਾ ਭੇਤੀ ਖੁਲਾਸਾ ਕਰਦਾ ਏ। ਕੋਈ ਪੁਲਿਸ ਮੁਕਾਬਲਿਆਂ ਵਿੱਚ ਸ਼ਾਮਲ ਰਿਹਾ ਮੌਕੇ ਦੀ ਗਵਾਹੀ ਦਿੰਦਾ ਏ, ਜਾਂ ਕੋਈ ਮਰਿਆ ਸਮਝ ਕੇ ਜਿਉਂਦਾ ਛੱਡ ਦਿੱਤਾ ਗਿਆ ਬੰਦਾ ਬੋਲਣ ਲਾਇਕ ਹੋ ਜਾਂਦਾ ਏ। ਕਈ ਵਾਰ ਕੋਈ ਆਪਣੀ ਆਤਮਾ ਦਾ ਬੋਝ ਹਲਕਾ ਕਰਨ ਲਈ ਸੱਚ ਬੋਲਦਾ ਏ, ਕੋਈ ਨੌਕਰੀ ਦਾ ਆਨੰਦ ਲੈਣ ਤੋਂ ਬਾਅਦ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਬੋਲਦਾ ਏ, ਕੋਈ ਨੌਕਰੀ ਦੇ ਜ਼ਾਬਤੇ ਤੋਂ ਬਾਹਰ ਆ ਕੇ ਝੂਠ ਦਾ ਪਰਦਾ ਚਾਕ ਕਰਦਾ ਏ, ਕੋਈ ਆਪਣੇ ਮਹਿਕਮੇ ਦੀ ਨਾਇਨਸਾਫੀ ਕਾਰਨ ਭੇਤ ਖੋਲ੍ਹਦਾ ਏ, ਕੋਈ ਆਪਣੇ ਅਫਸਰ ਦੀ ਵਧੀਕੀ ਕਾਰਨ ਉਸ ਨੂੰ ਸ਼ੀਸ਼ਾ ਵਿਖਾਉਂਦਾ ਏ। ਪੰਜਾਬ ਵਿੱਚ ਸਬ ਇੰਸਪੈਕਟਰ ਸੁਰਜੀਤ ਸਿੰਘ ਦੇ ਹਵਾਲੇ ਨਾਲ ਐਸੇ ਰੁਝਾਨ ਦੀ ਸ਼ੁਰੂਆਤ ਹੁੰਦੀ ਜਾਪਦੀ ਏ। ਸੁਰਜੀਤ ਸਿੰਘ ਨੂੰ ਸਿਪਾਹੀ ਵਜੋਂ ਕੁਝ ਮਹੀਨਿਆਂ ਦੀ ਨੌਕਰੀ ਤੋਂ ਬਾਅਦ ਹੀ ਮਹਿਤਾ ਚੌਕ ਥਾਣੇ ਦਾ ਥਾਣੇਦਾਰ ਬਣਾਇਆ ਗਿਆ ਸੀ ਅਤੇ ਸਬ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਸੀ। ਉਹਨਾਂ ਦਿਨਾਂ ਵਿੱਚ ਤਰੱਕੀਆਂ ਦੀ ਮਾਇਆ ਐਸੇ ਭਾਅ ਚੱਲਦੀ ਸੀ। ਸੁਰਜੀਤ ਸਿੰਘ ਨੇ 83 ਪੁਲਿਸ ਮੁਕਾਬਲਿਆਂ ਦੀ ਫਹਿਰਿਸਤ ਜਾਰੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦੀ CBI ਤੋਂ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਸ਼ਾਮਲ ਨੇ। ਸੁਰਜੀਤ ਸਿੰਘ ਦੇ ਬਿਆਨ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕੁਝ ਬੰਦੇ ਤਾਂ ਬਿਲਕੁਲ ਬੇਕਸੂਰ ਮਾਰੇ ਗਏ ਸਨ, ਪਰ ਜੋ ਕਸੂਰਵਾਰ ਸਨ ਉਹਨਾਂ ਦਾ ਕਤਲ ਵੀ ਗੈਰ ਕਾਨੂੰਨੀ ਤਾਂ ਮੰਨਿਆ ਹੀ ਜਾਏਗਾ। ਆਖਿਰ ਪੁਲਿਸ ਹੀ ਤਾਂ ਇਹ ਤੈਅ ਨਹੀਂ ਕਰ ਸਕਦੀ ਕਿ ਕਸੂਰਵਾਰ ਕੌਣ ਹੈ ਤੇ ਉਸ ਨੂੰ ਕੀ ਸਜ਼ਾ ਮਿਲਣੀ ਚਾਹੀਦੀ ਹੈ। ਹੁਣ ਸਵਾਲ ਇਹ ਹੈ ਕਿ ਕੀ ਇਸ ਖੁਲਾਸੇ ਨਾਲ ਝੂਠੇ ਪੁਲਿਸ ਮੁਕਾਬਲਿਆਂ ਬਾਬਤ ਹੋ ਰਹੀ ਚਰਚਾ ਵਿੱਚ ਕੋਈ ਨਵਾਂ ਮੋੜ ਆਏਗਾ ਜਾਂ ਇਹ ਵਕਤੀ ਖਬਰ ਬਣ ਕੇ ਰਹਿ ਜਾਏਗਾ? ਝੂਠੇ ਪੁਲਿਸ ਮੁਕਾਬਲਿਆਂ ਦੀ ਚਰਚਾ ਵੱਡੇ ਪੱਧਰ ਉੱਤੇ ਹੋ ਰਹੀ ਹੈ। ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਝੂਠੇ ਪੁਲਿਸ ਮੁਕਾਬਲਿਆਂ ਦੇ ਹਵਾਲੇ ਨਾਲ ਚਰਚਾ ਵਿੱਚ ਨੇ। ਪੰਜਾਬ ਵਿੱਚ ਬਣੀਆਂ ਵੱਖ-ਵੱਖ ਸਰਕਾਰਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਰੀਕ ਰਹੇ ਜਾਂ ਸਰਪ੍ਰਸਤੀ ਕਰਨ ਵਾਲੇ ਪੁਲਿਸ ਅਫਸਰਾਂ ਦੀ ਪਿੱਠ ਉੱਤੇ ਖੜ੍ਹਦੀਆਂ ਰਹੀਆਂ ਨੇ। ਹੁਣ ਤਰਨਤਾਰਨ ਤੋਂ ਖੁਲਾਸਾ ਹੋਇਆ ਏ। ਕੀ ਇਹ ਖੁਲਾਸਾ ਪੁਲਿਸ ਦੀ ਕਾਰਗੁਜ਼ਾਰੀ ਉੱਤੇ ਨਜ਼ਰਸਾਨੀ ਕਰਨ ਦਾ ਸਬੱਬ ਬਣੇਗਾ? ਕੀ ਇਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦਾ ਸ਼ਿਕਾਰ ਹੋਏ ਬੰਦਿਆਂ ਨੂੰ ਇਨਸਾਫ ਦੇਣ ਦਾ ਅਮਲ ਸ਼ੁਰੂ ਹੋਏਗਾ, ਜਾਂ ਕੁਝ ਦਿਨਾਂ ਦੀ ਚਰਚਾ ਤੋਂ ਬਾਅਦ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਜਾਏਗਾ? ਇਸੇ ਮੁੱਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਅਮਰ ਸਿੰਘ ਚਾਹਲ, ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ। ਇਹ ਮਨੁੱਖੀ ਹਕੂਕ ਮਾਮਲਿਆਂ ਨੂੰ ਅਦਾਲਤ ਤੱਕ ਲਿਜਾਂਦੇ ਰਹੇ ਨੇ। ਅਰੀਦਮਨਜੀਤ ਸਿੰਘ, ਜੋ ਸੀਮਾ ਸੁਰੱਖਿਆ ਬਲ ਦੇ ਸਾਬਕਾ ਅਫਸਰ ਨੇ ਤੇ ਅੱਜਕੱਲ ਪੁਲਿਸ ਦੀ ਕਾਰਗੁਜ਼ਾਰੀ ਬਾਬਤ ਗੈਰ ਸਰਕਾਰੀ ਸੰਸਥਾ ਨਿਸ਼ਾਨ ਚਲਾਉਂਦੇ ਨੇ। ਇਕਬਾਲ ਸਿੰਘ ਲਾਲਪੁਰਾ, ਜੋ ਪੰਜਾਬ ਪੁਲਿਸ ਵਿੱਚੋਂ ਬਤੌਰ SSP ਸੇਵਾ ਮੁਕਤ ਹੋਏ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਬਹੁਤ ਮਿਹਰਬਾਨੀ। ਚਾਹਲ ਸਾਹਿਬ, ਮੈਂ ਪੁੱਛਣਾ ਚਾਹਾਂਗਾ ਕਿ ਪਿਛਲੇ ਤਕਰੀਬਨ 20 ਸਾਲਾਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਤੇ ਲਾਵਾਰਿਸ ਲਾਸ਼ਾਂ ਦਾ ਮਾਮਲਾ ਲਗਾਤਾਰ ਚਰਚਾ 'ਚ ਰਿਹਾ। ਚਾਹੇ ਅਦਾਲਤ ਦੇ ਵਿੱਚ ਕਾਰਵਾਈ ਹੋ ਰਹੀ ਹੋਵੇ, ਚਾਹੇ ਗਵਾਹਾਂ ਦੇ ਭੁਗਤਾਉਣ ਦੀ ਜਾਂ ਸਰਕਾਰ ਵੱਲੋਂ ਵੱਖਰੀਆਂ ਅਦਾਲਤਾਂ ਵਿੱਚ ਦਿੱਤੇ ਹਲਫਨਾਮਿਆਂ ਦੀ ਚਰਚਾ ਹੋ ਰਹੀ ਹੋਵੇ, ਕਿਤੇ ਨਾ ਕਿਤੇ ਇਹ ਲੱਗਦਾ ਸੀਗਾ ਕਿ ਹੁਣ ਇਹ ਮਸਲਾ ਠੰਡੇ ਬਸਤੇ 'ਚ ਪੈ ਗਿਆ। ਤੇ ਤੁਹਾਨੂੰ ਕੀ ਲੱਗਦਾ ਕਿ ਇੱਕ ਨਵਾਂ ਮੋੜ ਆ ਗਿਆ ਇਸ ਮਾਮਲੇ 'ਚ? ਨਹੀਂ ਜੀ, ਇਹਦਾ ਪਹਿਲੇ ਵੀ ਠੰਡੇ ਬਸਤੇ 'ਚ ਪਿਆ ਹੈ ਤੇ ਹੁਣ ਵੀ ਪਿਆ ਰਹੇਗਾ, ਕਿਉਂਕਿ ਜਿਨ੍ਹਾਂ ਦੀ ਬੇਸਿਕ ਡਿਊਟੀ ਹੈ ਕਾਨੂੰਨ ਦੀ ਜਿਹੜੀ ਹੈ ਬਹਾਲੀ ਕਰਨ ਦੀ, ਉਹ ਇਸ ਬੰਨੇ ਤੁਰਨ ਨੂੰ ਤਿਆਰ ਹੀ ਨਹੀਂ ਜੀ। ਇਹ ਸਿਰਫ ਤੇ ਸਿਰਫ ਮਹਿਜ ਕੁਝ ਚਿਰਲੀ ਗੱਲਾਂ ਜਿਹੜੀਆਂ ਨੇ ਅੱਗੇ ਆਉਂਦੀਆਂ ਨੇ ਤੇ ਲੋਕਾਂ ਦੇ ਮਨ ਨੂੰ ਚੋਟ ਲਾ ਕੇ ਫਿਰ ਪਿੱਛੇ ਤੁਰ ਜਾਂਦੀਆਂ ਨੇ, ਕਿਉਂਕਿ ਸਰਕਾਰ ਜਿਹਦੀ ਬੇਸਿਕ ਡਿਊਟੀ ਹੈ ਉਹ ਕੁਛ ਨਹੀਂ ਕਰਦੀ। ਸੁਰਜੀਤ ਸਿੰਘ ਦਾ ਇਹ ਇਕਬਾਲ ਕਰਨਾ ਵੀ ਇੰਨੇ ਮੁਕਾਬਲੇ ਹੋਏ ਨੇ, ਮੁਕਾਬਲਾ ਕੋਈ ਵੀ ਹੋਵੇ ਉਹਨੂੰ ਝੂਠਾ ਗਿਣਿਆ ਜਾਏਗਾ ਜੀ, ਕਿਉਂਕਿ ਜਿਹੜਾ ਵੀ ਕੋਈ ਕ੍ਰਿਮੀਨਲ ਹੈ ਉਹਦੇ ਤੇ ਕੇਸ ਬਣਾ ਕੇ ਤੇ ਉਹਨੂੰ ਸਜ਼ਾ ਅਦਾਲਤ ਦੇਗੀ। ਫੜਨਾ
ਉਹਨੂੰ ਪ੍ਰੋਸੀਕਿਊਟ ਕਰਨਾ ਪੁਲਿਸ ਦੀ ਡਿਊਟੀ, ਉਹਨੂੰ ਮਾਰਨਾ ਨਹੀਂ। ਕਿਤੇ ਰੇਅਰ ਕੇਸਿਸ 'ਚ ਜਿੱਥੇ ਕੋਈ ਭਗੌੜਾ ਹੈ ਮਾਰਿਆ ਜਾਂਦਾ, ਉਹਦੀ ਵੀ ਜਿਹੜੀ ਹੈ ਸਕਰੂਟਨੀ ਜਿਹੜੀ ਹੈ ਸਿਸਟਮ 'ਚ ਹੋਣੀ ਚਾਹੀਦੀ, ਨਾ ਕਿ ਉਹ ਮਾਰਿਆ ਗਿਆ ਤੇ ਇੱਕਦਮ ਉਹਨੂੰ ਜਿਹੜੀ ਹੈ ਉਹਦੇ 'ਤੇ ਮਿੱਟੀ ਪਾ ਦਿੱਤੀ ਜਾਏ। ਹੁਣ ਜਿਹੜਾ ਸੁਰਜੀਤ ਸਿੰਘ ਦਾ ਇਕਬਾਲੀਆ ਬਿਆਨ ਹੈ, ਇਹ ਇੰਨਾ ਅੱਛੀ ਇੱਕ ਪੀਸ ਆਫ ਐਵੀਡੈਂਸ ਅਸੀਂ ਉਹਨੂੰ ਕਹਾਂਗੇ, ਜਿਹਦੇ 'ਚ ਉਹਦੀ ਇੱਕਦਮ ਅਰੈਸਟ ਹੋਣੀ ਚਾਹੀਦੀ ਹੈ। ਅਰੈਸਟ ਹੋ ਕੇ ਉਹਦੇ 'ਤੇ ਜਿਹੜਾ ਕੇਸ 302 ਦੇ ਰਜਿਸਟਰ ਹੋਣੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ। ਜਿਨ੍ਹਾਂ ਨੇ ਉਹਨੂੰ ਕਿਹਾ ਵੀ ਤੁਸੀਂ ਪੁਲਿਸ ਮੁਕਾਬਲੇ 'ਚ ਮਾਰ ਦਿਓ, ਉਹ ਵੀ ਬੰਦੇ ਸਾਰੇ ਮੁਲਜ਼ਮ ਹੋਣੇ ਚਾਹੀਦੇ, ਭਾਵੇਂ ਉਹ ਕਿਸੇ ਲੈਵਲ ਦਾ ਹੋਵੇ। ਸੋ ਇਹ ਗੱਲ ਜਿਹੜੀ ਹੈ, ਇਹਦੇ ਲਈ ਸਰਕਾਰ ਜਿਹੜੀ ਪਹਿਲੇ ਜ਼ਿੰਮੇਵਾਰੀ ਹੈ, ਜੇ ਸਰਕਾਰ ਇਸ ਗੱਲ ਤੇ ਪਰਦਾ ਚੁੱਕਣਾ ਚਾਹਵੇ ਤੇ ਅੱਗੇ ਤੁਰ ਸਕਦੀ ਹੈ। ਜੇ ਸਰਕਾਰ ਇੰਨੀ ਮਾੜੀ ਹੈ, ਅਦਾਲਤਾਂ ਨੂੰ ਇੰਟਰਵੀਨ ਕਰਨਾ ਚਾਹੀਦਾ। ਜਿਸ ਤਰ੍ਹਾਂ ਮੁੰਡੇ ਦੇ ਕੇਸ 'ਚ ਮੁੰਡੇ ਨੇ ਇੱਕ ਇਕਬਾਲੀਆ ਬਿਆਨ ਦਿੱਤਾ ਹੈ ਵੀ ਮੈਂ ਇੰਨੇ ਲੱਖ ਦੀ ਜਗ੍ਹਾ 8 ਕਰੋੜ ਰੁਪਈਆ ਆਪਣੇ ਇਲੈਕਸ਼ਨ ਤੇ ਖਰਚ ਕੀਤਾ। ਉਹਦੀ ਇੱਕਦਮ ਸੂਓ ਮੋਟੋ ਜਿਹੜੀ ਨੋਟਿਸ ਲੈ ਲਈ ਇਲੈਕਸ਼ਨ ਕਮਿਸ਼ਨ ਨੇ, ਉਹ ਸੂਓ ਮੋਟੋ ਕਮਿਸ਼ਨ ਦੇ ਨੋਟਿਸ ਲੈਣ ਦੇ ਬਾਵਜੂਦ ਵੀ ਉਹਦੇ ਤੇ ਕੇਸ ਵੀ ਰਜਿਸਟਰ ਹੋ ਸਕਦਾ। ਸੋ ਮੇਰੀ ਇਹ ਬਾਏ ਰਾਏ ਆ ਵੀ ਜੋ ਨਾ ਇਕਬਾਲੀਆ ਬਿਆਨ ਦਿੱਤਾ, ਇੱਕਦਮ ਉਹਦੀ ਅਰੈਸਟ ਹੋਣੀ ਚਾਹੀਦੀ, ਕੇਸ ਰਜਿਸਟਰ ਹੋ ਗਏ ਤੇ ਸਾਰੇ ਦੇ ਸਾਰੇ ਜਿਹੜੇ ਇਨਵੈਸਟੀਗੇਸ਼ਨ ਜਿਹੜੇ ਕੇਸ ਕਹਿੰਦੇ ਉਹ ਇਨਕਾਊਂਟਰ ਹੋਏ, ਉਹਨਾਂ ਦੇ ਇਕੱਲੇ ਆਦਮੀ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਤਾਂ ਕਿ ਜਿਨ੍ਹਾਂ ਦੇ ਗਲਤ ਲੋਕ ਮਾਰੇ ਗਏ ਨੇ, ਬਗੈਰ ਕਿਸੇ ਕਾਰਨ ਤੋਂ ਮਾਰੇ ਗਏ ਨੇ, ਉਹਨਾਂ ਨੂੰ ਇਨਸਾਫ ਦਿੱਤਾ ਜਾਵੇ, ਉਹਨਾਂ ਨੂੰ ਕੰਪਨਸੇਟ ਵੀ ਕੀਤਾ ਜਾਵੇ। ਜੇ ਇਹ ਕੀਤਾ ਜਾਵੇ, ਫਿਰ ਮੈਜੈਸਟੀ ਆਫ ਲਾ ਜਿਹੜੀ ਰਹੇਗੀ। ਨਹੀਂ ਤੇ ਇਹ ਜੇ ਇਸ ਤਰ੍ਹਾਂ ਬੇਇਨਸਾਫੀ ਦਾ ਆਲਮ ਰਿਹਾ, ਬੇਇਨਸਾਫੀ ਜਿਹੜੀ ਹੈ ਲੋਕਾਂ ਨੂੰ ਫਿਰ ਰਿਵੋਲਟ ਕਰਨ ਦੀ ਆਉਣ ਵਾਲਾ ਸਮਾਂ ਜਿਹੜਾ ਹੈ ਇਹ ਤੱਕ ਦੇਗੀ। ਜੀ ਅਰਿੰਦਮਨ ਜੀ, ਤੁਸੀਂ ਲਗਾਤਾਰ ਇਸ ਮਸਲੇ ਦੇ ਉੱਤੇ ਚਰਚਾ ਕਰਦੇ ਰਹੇ ਹੋ। ਤੁਸੀਂ ਸਾਡੇ ਮੈਨੇਜਿੰਗ ਐਡੀਟਰ ਸਾਹਿਬ ਨਾਲ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਤੁਸੀਂ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਬਹੁਤ ਠੋਸ ਰੂਪ 'ਚ ਕਹਿ ਸਕਦੇ ਹੋ ਕਿ ਇਸ ਬੰਦੇ ਨੇ ਇਸ ਜਗ੍ਹਾ ਦੇ ਉੱਤੇ ਜੋ ਮੁਕਾਬਲਾ ਕੀਤਾ ਉਹ ਝੂਠਾ ਪੁਲਿਸ ਮੁਕਾਬਲਾ ਸੀ। ਬਾਅਦ ਦੇ ਵਿੱਚ ਤੁਸੀਂ ਇਹ ਵੀ ਕਿਹਾ ਕਿ ਵੀ ਜਿਹੜੀ BSF ਹੈ ਉਹ ਪੰਜਾਬ ਦੇ ਵਿੱਚ ਭਾਵੇਂ ਇਸ ਰੁਝਾਨ ਦਾ ਹਿੱਸਾ ਨਹੀਂ ਰਹੀ, ਪਰ ਕਸ਼ਮੀਰ ਦੇ ਵਿੱਚ ਰਹੀ ਹੈ, ਤੇ ਇਹ ਰੁਝਾਨ ਜਿਹੜਾ ਹੈਗਾ ਇਹ ਪੂਰੇ ਮੁਲਕ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੈਗਾ। ਜਦੋਂ ਇਹ ਸੁਰਜੀਤ ਸਿੰਘ ਦਾ ਬਿਆਨ ਇਸ ਖੁਲਾਸੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਇਆ, ਤੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਆਹ ਤੇ ਸਰਕਮਸਟੈਂਸਿਸ ਦੇ ਮੁਤਾਬਕ ਇੰਸਪਾਇਰ ਹੋ ਕੇ ਲੋਕੀ ਆਪਣੀਆਂ ਗੱਲਾਂ ਕਰਦੇ ਰਹਿਣਗੇ, ਬਾਹਰ ਆਉਂਦੇ ਰਹਿਣਗੇ, ਲੇਕਿਨ ਜਿੰਨਾ ਚਿਰ ਇੰਸਟੀਟਿਊਸ਼ਨਲ ਮੈਕੈਨਿਜ਼ਮ ਠੀਕ ਨਹੀਂ ਹੁੰਦਾ, ਉਹਨਾਂ ਚਿਰ ਤੁਹਾਨੂੰ ਕਿਤੇ ਨਹੀਂ ਪਹੁੰਚਾਏਗਾ। ਜਿਹੜਾ ਉਹਨਾਂ ਦਾ ਬਿਆਨ ਹੈ, ਇਹਨੂੰ ਤੁਸੀਂ ਉਸ ਬੰਦੇ ਦੀ ਆਪਣੀ ਡਿਊਟੀ ਤੋਂ ਉਰੇ ਪਰੇ ਹੋਣਾ ਜਾਂ ਉਹਦੇ ਲਾਲਚ ਮੰਨਦੇ ਹੋ, ਜਾਂ ਇਹਨੂੰ ਤੁਸੀਂ ਸਿਸਟਮ ਦਾ ਹਿੱਸਾ ਮੰਨਦੇ ਹੋ? ਮੈਂ ਇਹ ਵੀ ਪੁੱਛਣਾ ਚਾਹਾਂਗਾ। ਉਹ ਇੱਕ ਸਿਸਟਮ ਦਾ ਹਿੱਸਾ ਰਿਹਾ ਵੇ, ਤੇ ਹੁਣ ਉਹਨੇ ਰਿਵੋਲਟ ਕੀਤਾ ਵੇ ਸਿਸਟਮ ਦੇ ਅਗੇਂਸਟ ਵਿੱਚ। ਤੁਸੀਂ ਸਿਸਟਮ ਦੇ ਮੁਤਾਬਕ ਚੱਲਦੇ ਰਹਿੰਦੇ ਜੇ, ਉਹਨਾਂ ਚਿਰ ਚੱਲਦੇ ਰਹਿੰਦੇ ਜੇ ਜਿੰਨਾ ਚਿਰ ਤੁਹਾਡੇ ਜਿਹੜੇ ਨੇ ਮਤਲਬ ਕਿ ਆਬਜੈਕਟਿਵ ਨੇ, ਤੁਹਾਡੇ ਪ੍ਰਿੰਸੀਪਲਸ ਨੇ, ਉਹ ਕੌਨਫਲਿਕਟ ਵਿੱਚ ਨਹੀਂ ਆ ਰਹੇ ਲਾਰਜਰ ਇੰਟਰਸਟ ਆਫ ਦਾ ਸਿਸਟਮ ਔਰ ਤੁਹਾਡੇ ਜਿਹੜੇ ਵੈਸਟਡ ਇੰਟਰਸਟ ਨੇ। ਜਦੋਂ ਉਹਨਾਂ ਦੋਵਾਂ 'ਚ ਕੌਨਫਲਿਕਟ ਆਉਂਦੀ ਵੇ, ਤੇ ਉਸ ਟਾਈਮ ਫਿਰ ਤੁਸੀਂ ਰਿਵੋਲਟ ਕਰਦੇ ਜੇ, ਤੇ ਉੱਥੇ ਤੁਹਾਨੂੰ ਪ੍ਰੋਟੈਕਟ ਵੀ ਕੀਤਾ ਜਾਂਦਾ ਵੇ। ਹੁਣ ਇਹਨੇ ਜੋ ਕੁਛ ਕਿਹਾ ਵੇ, ਹੁਣ ਜਿਹੜੀ ਜਿਵੇਂ ਚਹਿਲ ਸਾਹਿਬ ਨੇ ਉਹਨਾਂ ਨੇ ਕਿਹਾ ਵੀ ਇਹਦਾ ਨੋਟਿਸ ਲਿਆ ਜਾਣਾ ਚਾਹੀਦਾ ਵੇ। ਹੁਣ ਜਿਹੜਾ ਸਾਡਾ ਇੰਸਟੀਟਿਊਸ਼ਨਲ ਮੈਕੈਨਿਜ਼ਮ ਬਣਾਇਆ ਸੀ, ਮੈਂ ਜਿਹੜਾ ਕਹਿੰਦਾ ਵੀ ਜਿਹੜੇ ਸਾਡੇ ਲਾਜ਼ ਨੇ, ਆ ਸਾਰੇ ਲਾਜ਼ ਆਫ ਲਾਲੈਸਨੈਸ ਹੈਗੇ ਨੇ। ਸਪੈਸ਼ਲ ਪ੍ਰੋਟੈਕਸ਼ਨ ਵਿੱਚ ਇੱਕ ਪਾਸੇ ਇੰਟੈਲੀਜੈਂਸ ਬਿਊਰੋ ਦਾ ਤੁਸੀਂ ਦੇਖੋਗੇ ਸਪੈਸ਼ਲ ਡਾਇਰੈਕਟਰ ਲੈਵਲ ਦਾ ਬੰਦਾ ਵੇ, ਜਿਹੜਾ ਐਡੀਸ਼ਨਲ DG ਜਾਂ DG ਲੈਵਲ ਦਾ ਬੰਦਾ ਵੇ, ਉਹਨੂੰ ਹੋਮ ਮਿਨਿਸਟਰੀ ਬਿਠਾਉਣ ਤੇ ਬੈਠੀ ਹੋਈ ਹੈ। ਹੋਮ ਮਿਨਿਸਟਰੀ ਦਾ ਜਿਹੜਾ ਹੋਮ ਸੈਕਟਰੀ ਵੇ ਬਾਬੂ ਵੇ, ਉਹਦੀ ਕੀ ਸਪੈਸ਼ਲਾਈਜੇਸ਼ਨ ਹੈ, ਕਿਹੜੀ ਬੇਸ ਤੇ ਉਹ ਡਿਸੀਜਨ ਲੈ ਲੈਂਦਾ ਵੇ। ਤੇ ਜਦੋਂ ਸਾਰਾ ਸਿਸਟਮ ਮੈਕੈਨਿਜ਼ਮ ਤੁਹਾਨੂੰ ਪ੍ਰੋਟੈਕਟ ਕਰਨ ਵਾਸਤੇ ਵੇ, ਤੇ ਅਸੀਂ ਉਸੇ ਸਿਸਟਮ ਨੂੰ ਲਾਗੂ ਕਰੀ ਚੱਲਾਂਗੇ, ਤੇ ਲੋਕੀ ਰੌਲਾ ਪਾਉਂਦੇ ਰਹਿਣਗੇ। ਇਟ ਇਜ਼ ਨਾਟ ਗੋਇੰਗ ਟੂ ਲੀਡ ਯੂ ਐਨੀਵੇਅਰ। ਐਕਚੁਅਲੀ ਰਿਸਪੌਂਸਿਬਿਲਿਟੀ ਕਮਸ ਟੂ ਦਾ ਪੋਲੀਟੀਕਲ ਲੀਡਰਸ਼ਿਪ। ਪਬਲਿਕ ਨੇ ਪੋਲੀਟੀਕਲ ਲੀਡਰਸ਼ਿਪ ਨੂੰ ਚੁਣਿਆ ਵੇ, ਉਹਨਾਂ ਨੂੰ ਚਾਹੀਦਾ ਵੇ ਉਹ ਇਸ ਤੇ ਸਟੈਂਡ ਲੈਣ ਤੇ ਕਾਰਵਾਈ ਕਰਾਉਣ, ਕਿਉਂਕਿ ਜਿਹੜੇ ਅਫਸਰ ਨੇ ਉਹਦੇ ਤੇ ਕਦੀ ਕਾਰਵਾਈ ਨਹੀਂ ਕਰਨਗੇ, ਕਿਉਂਕਿ ਦੇ ਆਰ ਦਾ ਪਰਪੀਟੇਟਰਸ, ਦੇ ਆਰ ਪਾਰਟ ਆਫ ਦਾ ਸਿਸਟਮ। ਹਾਊ ਡੂ ਯੂ ਐਕਸਪੈਕਟ them to go for the suicidal step? They will never take the suicidal step. So who has to play the role? It is the political leadership in whom people they repose their trust. ਲੋਕਾਂ ਨੇ ਟਰਸਟ ਪੋਲੀਟੀਕਲ ਲੀਡਰਸ਼ਿਪ ਵਿੱਚ ਰਿਪੋਜ਼ ਕੀਤਾ ਹੈ। ਪੋਲੀਟੀਕਲ ਲੀਡਰਸ਼ਿਪ ਨੂੰ ਹੁਣ ਸਟੈਪ ਲੈਣਾ ਚਾਹੀਦਾ ਵੇ, ਤੇ ਉਹਨਾਂ ਬੰਦਿਆਂ ਨੂੰ ਸਪੋਰਟ ਕਰਨਾ ਚਾਹੀਦਾ ਵੇ, ਤੇ ਪ੍ਰੋਸੈਸ ਸ਼ੁਰੂ ਕਰਾਉਣੀ ਚਾਹੀਦੀ ਵੇ। ਉਹ ਪੋਲੀਟੀਕਲ ਲੀਡਰਸ਼ਿਪ ਕਿੱਥੇ ਫੇਲ ਹੋ ਜਾਂਦੀ ਹੈ? ਦੇ ਡੋਂਟ ਹੈਵ ਐਨੀ ਇੰਡੀਪੈਂਡੈਂਟ ਕੈਪੈਸਿਟੀ on these issues. They depend upon the same perpetrators. How do you expect the system to function? ਜਿਹੜੀ ਉਹਨਾਂ ਨੇ ਬਿਆਨ ਦਿੱਤਾ ਹੈ, ਉਹਦੇ ਵਿੱਚ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਮੈਨੂੰ ਕੁਝ ਮਹੀਨਿਆਂ ਦੀ ਨੌਕਰੀ ਤੋਂ ਬਾਅਦ ਜਿਹੜੀ ਉਹਨਾਂ ਨੇ ਇੱਕ ਥਾਣੇਦਾਰ ਦੇ ਗਨਮੈਨ ਦੇ ਤੌਰ ਦੇ ਉੱਤੇ ਕੀਤੀ ਗਈ, ਉਹਨਾਂ ਦੀ ਤਰੱਕੀ ਕਰਕੇ ਉਹਨਾਂ ਨੂੰ ਥਾਣੇਦਾਰ ਬਣਾ ਦਿੱਤਾ ਗਿਆ। ਉਹ ਕਹਿੰਦੇ ਵੀ ਮੈਨੂੰ ਥਾਣੇਦਾਰ ਕਿਉਂ ਬਣਾਇਆ ਗਿਆ, ਇਹ ਜਾਂ ਮੈਂ ਜਾਣਦਾ ਜਾਂ ਗਿੱਲ ਜਾਣਦਾ। ਗਿੱਲ ਕੋਈ ਵੀ ਆਫਿਸਰ ਹੋ ਸਕਦਾ, ਉਸ ਵੇਲੇ ਦੇ ਪੁਲਿਸ ਦੇ ਮੁਖੀ ਵੀ ਹੋ ਸਕਦੇ ਨੇ, ਉਹਨਾਂ ਦਾ SSP ਵੀ ਹੋ ਸਕਦਾ, ਜਿਹੜਾ ਉੱਥੇ ਹੋ ਸਕਦਾ। ਜਦੋਂ ਆਪਾਂ ਇਸ ਦੀ ਗੱਲ ਕਰਦੇ ਹਾਂ, ਇੱਕ ਬੰਦੇ ਨੂੰ ਤਰੱਕੀ ਮਿਲੀ ਹੈ, ਬਿਨਾਂ ਵਾਰੀ ਤੋਂ ਮਿਲੀ ਹੈ, ਉਹਨੂੰ ਥਾਣੇਦਾਰ ਬਣਾਇਆ ਗਿਆ, ਇਹ ਤੇ ਪੂਰੇ ਪੁਲਿਸ ਪ੍ਰਬੰਧ ਦੇ ਉੱਤੇ ਸਵਾਲ ਹੈ ਨਾ, ਉਸ ਬੰਦੇ ਦੇ ਉੱਤੇ ਨਹੀਂ ਹੈ। ਐਬਸੋਲੂਟਲੀ, ਦੈਟਸ ਵਾਟ ਵੀ ਹੈਵ ਬੀਨ ਰੇਜ਼ਿੰਗ। ਅਸੀਂ ਇਹੋ ਹੀ ਇਸ਼ੂ ਚੁੱਕਦੇ ਰਹਾਂਗੇ। ਆ ਅਨਪ੍ਰੋਫੈਸ਼ਨਲ ਲੋਕਾਂ ਨੂੰ ਜਦੋਂ ਤੁਸੀਂ ਆ ਜਿਹੜੇ ਲੋਕੀ ਨੇ ਸਾਰੇ ਬਾਬੂ ਨੇ, ਜੇ ਦੇ ਟੇਕ ਆਲ ਥੀਸ ਡਿਸੀਜਨਸ ਬਿਕੋਜ਼ ਆਫ ਦਾ ਪਾਵਰ ਫਾਰਮੇਸ਼ਨ। ਤੁਸੀਂ ਤੇ ਥਾਣੇਦਾਰ ਦੀ ਗੱਲ ਕਰ ਰਹੇ ਹੋ,
2-2 4-4 ਸਾਲ ਨੌਕਰੀ ਵਾਲੇ ਮੁੰਡਿਆਂ ਨੂੰ ਚੁੱਕ ਕੇ ਇਹਨਾਂ ਨੇ SSP ਲਾ ਦਿੱਤਾ ਵੇ ਜੀ, ਠੀਕ ਹੈ ਜੀ। ਉਹ ਕਿੱਥੇ ਕਿੱਥੇ ਪਹੁੰਚੇ ਹੋਏ ਨੇ ਜੀ, ਠੀਕ ਹੈ ਨਾ। ਤੇ ਇਹਨਾਂ ਨੂੰ ਕਿਸੇ ਨੂੰ ਕੋਈ ਕੰਮ ਨਹੀਂ ਆਉਂਦਾ ਹੈਗਾ। ਜੇ ਤੁਸੀਂ ਪ੍ਰੋਫੈਸ਼ਨਲ ਬੰਦੇ ਲਓਗੇ, ਸਬਸਟੀਟਿਊਟ ਹੈ ਹੀ ਨਹੀਂ ਐਕਸਪੀਰੀਅੰਸ ਦਾ ਕੋਈ, ਹੈ ਤਾਂ ਐਕਸਪੀਰੀਅੰਸ ਦਾ ਕੋਈ ਸਬਸਟੀਟਿਊਟ, ਟ੍ਰੇਨਿੰਗ ਦਾ ਕੋਈ ਕੈਪਸੂਲ ਨਹੀਂ ਜਿਹੜਾ ਤੁਸੀਂ ਪਿਆ ਦੋਗੇ ਔਰ ਉਹ ਬੰਦਾ ਜਿਹੜਾ ਅੱਜ SSP ਲੱਗ ਜਾਵੇਗਾ। SSP ਦਾ ਰੋਲ ਕੀ ਹੈ, ਰਿਸਪੌਂਸਿਬਿਲਿਟੀ ਕੀ ਹੈ, ਅਕਾਊਂਟੇਬਿਲਿਟੀ ਕੀ ਹੈ, ਆਹ ਸਾਰਾ ਸਿਸਟਮ ਜੀ ਅਨਪ੍ਰੋਫੈਸ਼ਨਲ ਹੈਗਾ ਵੇ। ਲੋਕਾਂ ਨੂੰ ਤਾਂ SSP ਲਾਇਆ ਗਿਆ ਵੇ, ਆਹ ਤੇ ਬਹੁਤ ਛੋਟਾ ਪਿਆਦਾ ਸੀਗਾ ਤੇ ਉਹਨਾਂ ਲੋਕਾਂ ਨੇ ਕਿਹੜੇ ਲੈਵਲ ਤੇ ਅਚੀਵਮੈਂਟ ਕੀਤੇ ਨੇ ਜੀ, ਠੀਕ ਹੈ ਨਾ। ਆਹ ਅਚੀਵਮੈਂਟ ਦੀ ਬਿਮਾਰੀ ਹੈ ਸਾਰੀ, ਅਨਪ੍ਰੋਫੈਸ਼ਨਲਿਜ਼ਮ ਹੈਗਾ ਵੇ ਔਰ ਇਹਨੂੰ ਜੁਡੀਸ਼ਰੀ ਨੇ ਪੂਰੀ ਤਰ੍ਹਾਂ ਪ੍ਰੋਟੈਕਟ ਕੀਤਾ ਵੇ। ਜੁਡੀਸ਼ਰੀ ਹਿੱਸਾ ਵੇ ਸਿਸਟਮ ਦਾ ਜੀ। ਇਹ ਤੁਸੀਂ ਬਹੁਤ ਸਖਤ ਟਿੱਪਣੀ ਕਰ ਰਹੇ ਹੋ ਜੀ। ਐਬਸੋਲੂਟਲੀ ਨਹੀਂ, ਬਿਲਕੁਲ ਇਟ ਇਜ਼ ਫੈਕਟ, ਇਟਸ ਬੇਸਡ ਔਨ ਦ ਫੈਕਟਸ ਜੀ। ਇਕਬਾਲ ਸਿੰਘ ਲਾਲਪੁਰਾ ਜੀ, ਜਿਹੜਾ ਇਹ ਇਸ ਵੇਲੇ ਖੁਲਾਸਾ ਹੋਇਆ, ਇੱਕ ਤਾਂ ਇਹ ਬੰਦੇ ਨੇ ਕਿਹਾ ਕਿ ਮੈਂ ਉਹਦਾ ਹਿੱਸਾ ਸੀ ਜੀ, ਦੂਜਾ ਉਹ ਇਸ਼ਾਰਾ ਕਰ ਰਿਹਾ ਕਿ ਵੀ ਉਹ ਇਸ ਕਿਸਮ ਦਾ ਜੋ ਕੰਮ ਕਰ ਰਿਹਾ ਸੀ ਉਹ ਕਿਸੇ ਦੀ ਸਰਪ੍ਰਸਤੀ 'ਚ ਕਰ ਰਿਹਾ ਸੀ। ਜਿਸ ਕਿਸਮ ਦੀ ਸਰਪ੍ਰਸਤੀ ਸੀ ਉਹਦੇ ਵਿੱਚ ਲਾਸ਼ਾਂ ਦੇ ਬਦਲੇ ਤਰੱਕੀਆਂ ਦਿੱਤੀਆਂ ਜਾ ਰਹੀਆਂ ਸੀ। ਤੁਸੀਂ ਉਸੇ ਇਲਾਕੇ ਦੇ ਵਿੱਚ ਰਹੇ ਹੋ ਜੀ, ਉਸੇ ਇਲਾਕੇ ਦੇ ਵਿੱਚ ਤਰਨ ਤੇ ਅੰਮ੍ਰਿਤਸਰ ਦੇ ਵਿੱਚ। ਕੀ ਅਸੀਂ ਇਸ ਨੂੰ ਇੱਕ ਵੱਖਰਾ ਇਨਸੀਡੈਂਟ ਜਾਂ ਇੱਕੋ ਬੰਦਾ ਮੰਨ ਕੇ ਚੱਲੀਏ, ਜਾਂ ਬਾਕੀ ਥਾਂ ਦੇ ਉੱਤੇ ਵੀ ਅਜਿਹਾ ਹੁੰਦਾ ਸੀ? ਤੁਹਾਡਾ ਉਸ ਵੇਲੇ ਦਾ ਤਜਰਬਾ ਕੀ ਕਹਿੰਦਾ? ਗੱਲ ਇਹ ਹੈ ਜੀ, ਜਿਹੜੀ ਇਹ ਡਿਬੇਟ ਸ਼ੁਰੂ ਇੱਥੇ ਹੋਈ ਹੈ ਨਾ ਜੀ, ਮੈਂ ਸਮਝਦਾ ਇਹ ਪਾਰਲੀਮੈਂਟ 'ਚ ਹੋਣੀ ਚਾਹੀਦੀ ਸੀ ਜਾਂ ਸੁਪਰੀਮ ਕੋਰਟ ਦੇ ਵਿੱਚ ਡਿਬੇਟ ਹੋਣਾ ਚਾਹੀਦਾ। ਆਪਾਂ ਲੋਕਾਂ ਦੀ ਤਾਂ ਇਸ ਨੂੰ ਪਾਰਲੀਮੈਂਟ ਹੀ ਮੰਨਦੇ ਹਾਂ। ਮੈਂ ਲੋਕਾਂ ਦੀ ਪਾਰਲੀਮੈਂਟ ਦੀ ਮੈਂ ਗੱਲ ਕਰਦਾ ਜੀ। ਇਹ ਗੱਲ ਕਰਦਾ, ਗੁਰਬਾਣੀ ਦਾ ਸ਼ਬਦ ਆ, ਜਿੱਥੇ ਬੋਲਿਆ ਹਾਰੀਏ ਤਿੱਥੇ ਭਲੀ ਚੁੱਪ ਵਾਲੀ ਗੱਲ ਆ। ਤੁਸੀਂ 20 ਸਾਲ ਪਹਿਲਾਂ ਆਖਿਆ ਸੀ ਫੇਕ ਐਨਕਾਊਂਟਰਾਂ ਦਾ ਰੌਲਾ ਪਿਆ ਜੀ, ਮੈਂ 30 ਸਾਲ ਪਹਿਲਾਂ ਦੀ ਗੱਲ ਕਰਦਾ ਜੀ। ਸਭ ਤੋਂ ਪਹਿਲਾਂ ਕੁਲਵੰਤ ਸਿੰਘ ਨਾਗੋਕੇ ਮਾਰਿਆ ਗਿਆ, ਉਦੋਂ ਰੌਲਾ ਪੈ ਗਿਆ ਕਿ 1983 ਦੀ ਗੱਲ ਹੈ ਕਿ ਇਹ ਫੇਕ ਐਨਕਾਊਂਟਰ 'ਚ ਮਾਰਿਆ ਗਿਆ ਜੀ। ਗੱਲ ਇਹ ਹੈ ਵੀ ਸਿਸਟਮ ਇਸ ਤਰ੍ਹਾਂ ਨਹੀਂ ਹੋ ਰਿਹਾ ਜਿਹੜਾ ਆਪਾਂ ਨੂੰ ਨਜ਼ਰ ਆਉਂਦਾ ਕਿ ਸਿਪਾਹੀ ਦੇ ਬੰਦਾ ਮਾਰਿਆ ਤੇ ਹੋ ਗਿਆ। ਠੀਕ ਹੈ, 89 'ਚ SPO ਭਰਤੀ ਹੋਇਆ ਸੁਰਜੀਤ, 91 'ਚ ਇਹਨੂੰ ਸਿਪਾਹੀ ਸੀਗਾ। ਇਹ ਜਿਸ ਥਾਣੇਦਾਰ ਦਾ ਗਨਮੈਨ ਲੱਗਾ ਸੀ ਉਹਨੂੰ ਕੋਈ ਫੇਕ ਐਨਕਾਊਂਟਰ ਕਰਨ ਲਈ ਕਿਹਾ, ਉਹਨੇ ਨਾ ਕਰ ਦਿੱਤੀ ਔਰ ਇਹਨੇ ਕਿਹਾ ਜੀ ਮੈਂ ਮਾਰਦਾ। ਇਹ ਦਿਸ ਸਰਕਮਸਟੈਂਸ਼ੀਅਲ ਐਵੀਡੈਂਸ ਹੈ ਜਿਹੜੀ, ਜਿਵੇਂ ਚਾਲ ਸਾਹਿਬ ਨੇ ਆਖਿਆ, ਲੀਗਲੀ ਇਹਨੂੰ ਆਪਾਂ ਪੜਤਾਲ ਕਰ ਸਕਦੇ ਹਾਂ। ਲੇਕਿਨ ਸੁਰਜੀਤ ਸਿੰਘ ਇੱਕ ਨਹੀਂ, ਸਾਰੇ ਜ਼ਿਲ੍ਹਿਆਂ 'ਚ ਸੁਰਜੀਤ ਸਿੰਘ ਹੈਗੇ ਆ, ਨਾ ਉਹਨਾਂ ਦੇ ਵੱਖਰੇ ਵੱਖਰੇ ਹੋ ਸਕਦੇ ਆ। ਸਾਡੇ ਇਸ ਤਰ੍ਹਾਂ ਦੀਆਂ ਪ੍ਰਮੋਸ਼ਨਾਂ ਮਿਲੀਆਂ, ਉਹਨਾਂ ਦਾ ਰਿਕਾਰਡ ਲਿਖਿਆ ਪਿਆ, ਉਹਦੇ ਵਿੱਚ ਦਰਜ ਕੀਤਾ ਗਿਆ ਕਿ ਇਹ ਬੰਦੇ ਨੂੰ ਅਸੀਂ ਕਿਉਂ ਪ੍ਰਮੋਟ ਕਰ ਰਹੇ ਹਾਂ। ਗੱਲ ਸਿੰਪਲ ਇੰਨੀ ਹੈ, ਮੈਂ ਸਮਝਦਾ ਕਿ ਕੀ ਆਜ਼ਾਦ ਮੁਲਕ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਆਪਾਂ ਆਗਿਆ ਦੇ ਸਕਦੇ ਹਾਂ ਜੀ? ਹਾਂਜੀ, ਤੇ ਇਹ ਠੀਕ ਹੈ। ਮੈਂ ਤੁਹਾਨੂੰ ਜਿਹੜਾ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਅਰਿਦਮਨ ਸਿੰਘ ਹੁਣਾਂ ਨੂੰ ਇੰਟਰਵਿਊ ਕੀਤਾ ਸੀ, ਉਹਨਾਂ ਨੇ ਕਿਹਾ ਸੀਗਾ ਕਿ ਜਦੋਂ BSF ਤੋਂ ਇਹ ਕੰਮ ਲੈਣ ਦੀ ਕੋਸ਼ਿਸ਼ ਕੀਤੀ ਗਈ ਤੇ BSF ਦੇ ਵਿੱਚ ਉਹ ਅਫਸਰ ਸੀਗੇ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਦਿੱਤਾ ਕਿ ਅਸੀਂ ਇਹਦਾ ਹਿੱਸਾ ਨਹੀਂ ਬਣਾਂਗੇ, ਤੇ ਕੁੱਲ ਮਿਲਾ ਕੇ BSF ਨੂੰ ਪੰਜਾਬ ਦੇ ਵਿੱਚੋਂ ਹਟਾਇਆ ਗਿਆ। ਕੀ ਪੰਜਾਬ ਪੁਲਿਸ ਦੇ ਵਿੱਚ ਜਾਂ ਇੰਟੈਲੀਜੈਂਸ ਦੇ ਵਿੱਚ ਇਸ ਕਿਸਮ ਦੀਆਂ ਰਿਪੋਰਟਾਂ ਕਿ ਇਸ ਤਰੀਕੇ ਨਾਲ ਧੱਕੇ ਨਾਲ ਬੰਦਿਆਂ ਨੂੰ ਚੱਕ ਕੇ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ, ਪੁਲਿਸ ਦੇ ਅੰਦਰ, ਇੰਟੈਲੀਜੈਂਸ ਦੇ ਅੰਦਰ ਇਹ ਮਸਲੇ ਵਿਚਾਰੇ ਜਾ ਰਹੇ ਸੀ ਉਸ ਵੇਲੇ? ਇਹ ਜਿਹੜੇ ਆ ਨਾ, ਦੇਖੋ ਰਾਈਟ ਥਿੰਕਿੰਗ ਆਫੀਸਰ ਸਾਰੀਆਂ ਸੰਸਥਾਵਾਂ ਦੇ ਵਿੱਚ ਸੀ ਜੀ, ਹੌਲੀ ਹੌਲੀ ਖਤਮ ਹੋ ਗਿਆ ਕੰਮ। ਨਹੀਂ, ਤੁਸੀਂ ਉਸ ਇਲਾਕੇ 'ਚ ਆਫੀਸਰ ਸੀਗੇ ਤੇ ਤੁਸੀਂ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ 'ਚ ਦਾਅਵਾ ਕਰਦੇ ਹੋ ਕਿ ਅਸੀਂ ਰਾਈਟ ਥਿੰਕਿੰਗ ਲੋਕ ਹਾਂ। ਮੈਂ ਇਹ ਕਹਿਣਾ ਕਿ ਤੁਹਾਡੇ ਪੱਧਰ ਦੇ ਉੱਤੇ ਕਿਸ ਤਰੀਕੇ ਦੇ ਨੋਟਿਸ ਸੀਗੇ, ਉਹ ਕਿੱਥੇ ਰਿਪੋਰਟ ਹੋਏ, ਉਹ ਜਾਣਨਾ ਚਾਹੁੰਦਾ। ਅਸੀਂ ਇਹ ਮੈਟਰ ਜਿਹੜੇ ਆ ਨਾ ਹਾਈਐਸਟ ਲੈਵਲ ਤੇ ਰਿਪੋਰਟ ਕਰਦੇ ਰਹੇ ਜੀ, ਮਤਲਬ DGP ਇੰਟੈਲੀਜੈਂਸ ਨੂੰ ਵੀ, ਜਿੱਥੇ ਦੂਜਿਆਂ ਦੀਆਂ ਵੀ ਗੱਲਾਂ ਚੱਲਦੀਆਂ, ਈਵਨ ਅਸੀਂ ਪੋਲੀਟੀਸ਼ੀਅਨਾਂ ਦੇ ਵੀ ਧਿਆਨ 'ਚ ਲਿਆਂਦੇ ਰਹੇ। ਸਰ ਬਿਆਨ ਸਿੰਘ ਚੀਫ ਮਿਨਿਸਟਰ ਸੀ, 1993 ਦੀ ਗੱਲ ਹੈ ਜਦੋਂ ਮਿਲੀਟੈਂਸੀ ਡਾਊਨ ਹੋਈ, ਤੇ ਮੈਨੂੰ ਯਾਦ ਹੈ ਕਿ ਮੈਂ ਸਰਕਟ ਹਾਊਸ ਅੰਮ੍ਰਿਤਸਰ ਨੂੰ ਆਖਿਆ ਕਿ ਲੋਕਾਂ ਨਾਲ ਬਹੁਤ ਜ਼ਿਆਦਤੀਆਂ ਹੋਈਆਂ, ਇਹਨਾਂ ਦੇ ਸੱਚ ਲੱਭਣ ਲਈ ਆਪਾਂ ਇੱਕ ਕਮਿਸ਼ਨ ਬਣਾਈਏ ਤਾਂ ਕਿ ਲੋਕਾਂ ਨੂੰ ਸਿਸਟਮ ਦੇ ਉੱਤੇ ਫੇਥ ਹੋਵੇ ਥੋੜਾ ਜਿਹਾ ਕਿ ਇਹ ਲੋਕੀ ਕੁਝ ਕਰਨਾ ਚਾਹੁੰਦੇ ਆ। ਤੇ ਮੈਨੂੰ ਉੱਥੇ, ਮੈਂ ਉਸ ਅਫਸਰ ਦਾ ਨਾਂ ਨਹੀਂ ਲਵਾਂਗਾ, ਇੱਕ ਸੀਨੀਅਰ ਅਫਸਰ ਉੱਥੇ ਬੈਠਾ ਸੀ, ਉਹ ਮੇਰੇ ਨਾਲ ਲੜਨ ਤੱਕ ਗਿਆ ਕਿ ਤੁਸੀਂ ਇਹ ਗੱਲ ਕਿਉਂ ਕਹਿ ਦਿੱਤੀ। ਅਲਟੀਮੇਟਲੀ ਉਹ ਫਿਰ ਜਿਹੜੇ ਦੂਜੇ ਲੋਕ ਸੀ ਉਹਨਾਂ ਨੇ ਵਿਡਰਾ ਕੀਤਾ ਕਿ ਜੋ ਉਹਨਾਂ ਦੀ ਗੱਲ ਮੰਨੀ ਗਈ। ਜਦੋਂ ਤੁਸੀਂ ਨਾਂ ਨਹੀਂ ਲੈਂਦੇ ਤੇ ਮੈਨੂੰ ਇਹ ਲੱਗਦਾ ਕਿ ਗੁਰਬਾਣੀ ਦੀ ਜਿਹੜੀ ਤੁਸੀਂ ਪਹਿਲੀ ਤੂਕ ਦਈ ਸੀ ਨਾ, ਉਹ ਆਖਰੀ ਜਿਹੜੀ ਸਤਰ ਤੁਸੀਂ ਬੋਲੀ ਹੈ ਉਹਦੇ ਡਿਫੈਂਸ 'ਚ ਹੀ ਬੋਲੀ ਸੀ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਲਾਲਪੁਰਾ ਜੀ, ਜਦੋਂ ਆਪਾਂ ਕਿਸੇ ਮਾਮਲੇ ਦੀ ਗੱਲ ਕਰਦੇ ਹਾਂ, ਜਦੋਂ ਉਹਦੇ ਬਾਰੇ ਅਦਾਲਤ 'ਚ ਫੈਸਲਾ ਹੋਣਾ ਹੁੰਦਾ ਤੇ ਉਹਦੇ ਲਈ ਗਵਾਹੀਆਂ ਤੇ ਸਬੂਤ ਬਹੁਤ ਅਹਿਮ ਹੁੰਦੇ ਨੇ। ਜੇ ਉਸ ਵੇਲੇ ਚੰਗੇ ਭਲੇ ਇਮਾਨਦਾਰੀ ਨਾਲ ਸੋਚਣ ਵਾਲੇ ਅਫਸਰ ਸਨ, ਉਹਨਾਂ ਨੇ ਕਿਤੇ ਵੀ ਕਿਸੇ ਨੂੰ ਵੀ ਰਿਪੋਰਟਾਂ ਦਿੱਤੀਆਂ ਨੇ, ਕੀ ਤੁਸੀਂ ਉਹਨਾਂ ਦਾ ਜ਼ਿਕਰ ਕਰ ਸਕਦੇ ਹੋ? ਅੱਜ ਵੀ ਤਾਂ ਉਹ ਜਿਹੜੀਆਂ ਰਿਪੋਰਟਾਂ ਨੇ ਉਹ ਸਬੂਤ ਦੇ ਤੌਰ ਤੇ ਹਾਜ਼ਰ ਹੋ ਸਕਦੀਆਂ ਨੇ? ਬਿਲਕੁਲ ਹੋ ਸਕਦੀਆਂ। ਦੇਖੋ ਗੱਲ ਇਹ ਹੈ ਕਿ ਇਸ ਪਾਰਟ ਨੂੰ
ਕਿਸ ਲੈਵਲ ਤੇ ਗਵਰਨਮੈਂਟ ਡਿਸਾਈਡ ਕਰਦੇ। ਦੇਖੋ ਪਹਿਲੀ ਗੱਲ ਤਾਂ ਇਹ ਹੈ ਆਪਾਂ ਨਾ ਉਹ ਪਾਸੇ ਨਾ ਚਾਹੀਏ ਕਿ ਗਵਰਨਮੈਂਟ ਪਾਸੇ, ਤੁਸੀਂ ਮੈਨੂੰ ਸਪੈਸੀਫਿਕਲੀ, ਕਿਉਂਕਿ ਮੈਂ ਸਮਝਣਾ ਵੀ ਚਾਹੁੰਦਾ ਕਿ ਵੀ ਕਿੱਥੋਂ ਰਿਪੋਰਟ ਉਹ ਲੱਭਣੀ ਹੈ ਤਾਂ ਕਿ 50 ਬੰਦਿਆਂ ਨੂੰ ਇਹ ਆਈਡੀਆ ਤਾਂ ਆਵੇ ਨਾ ਕਿ ਇੱਥੋਂ ਰਿਪੋਰਟ ਹੈ, ਇੱਥੋਂ ਮੈਂ ਗਵਾਹੀ ਲੱਭ ਸਕਦਾ ਜਾ ਕੇ। ਦੇਖੋ ਇਹ ਜਿਹੜੀਆਂ ਗਵਰਨਮੈਂਟ ਦਾ ਪਾਰਟ ਆਫ ਰਿਕਾਰਡ ਹੈਗਾ ਜਿਹੜਾ ਸਿਸਟਮ ਚੱਲਦਾ, ਉੱਥੇ ਥੱਲਿਓਂ ਆਉਂਦੀਆਂ ਰਹੀਆਂ ਰਿਪੋਰਟਾਂ ਜੀ। ਮੌਕੇ ਦੇ ਇੰਟੈਲੀਜੈਂਸ ਅਫਸਰਾਂ ਨੇ ਕਿਹਨੂੰ ਰਿਪੋਰਟਾਂ ਦਿੱਤੀਆਂ ਹੋਣਗੀਆਂ ਜਿਹਦੇ ਤੋਂ ਮੰਗੀਆਂ ਜਾ ਸਕਦੀਆਂ? ਸਾਡਾ ਚੈਨਲ ਤਾਂ ਇਹੀ ਹੈ ਕਿ ਡੀਜੀਪੀ ਇੰਟੈਲੀਜੈਂਸ ਨੂੰ ਦੱਸਿਆ ਜਾਵੇ, ਐਡੀਸ਼ਨ ਡੀਜੀ ਜਾਂ ਆਈਜੀ ਜਿਹੜੇ ਵੀ ਰੈਂਕ ਦੇ ਅਫਸਰ ਉਸ ਵੇਲੇ ਹੈਡ ਕਰਦੇ ਸੀਗੇ, ਅੱਗੇ ਡਿਸੈਮੀਨੇਸ਼ਨ ਇਨਫੋਰਮੇਸ਼ਨ ਉਹਨਾਂ ਦੀ ਜ਼ਿੰਮੇਵਾਰੀ ਹੈ। ਲੇਕਿਨ ਇੱਕ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ 100% ਐਨਕਾਊਂਟਰ ਫੇਕ ਨਹੀਂ ਹੈਗੇ ਜੀ। ਉਹਨਾਂ ਦੇ ਵਿੱਚ ਵੀ ਕਿਉਂਕਿ ਰਾਈਟ ਆਫ ਪ੍ਰਾਈਵੇਟ ਡਿਫੈਂਸ ਸਾਨੂੰ IPC 'ਚ ਵੀ ਮਿਲਿਆ ਹੋਇਆ ਜੀ, ਤੇ ਔਰ ਦੂਜਾ ਕਾਨੂੰਨ ਵੀ ਸਾਨੂੰ ਇਸ ਦੇ ਲਈ ਡਿਫੈਂਡ ਕਰਦਾ। ਦੋ ਮਸਲੇ ਨੇ ਇਹਦੇ ਵਿੱਚ, ਇੱਕ ਤਾਂ ਗੱਲ ਇਹ ਹੈ ਕਿ ਝੂਠਾ ਪੁਲਿਸ ਮੁਕਾਬਲਾ, ਬੰਦਾ ਫੜਿਆ ਮਾਰਤਾ। ਦੂਜਾ ਗੱਲ ਇਹ ਹੈ ਕਿ ਵੀ ਜੇ ਮੁਕਾਬਲਾ ਕਿ ਉਹ ਕਸੂਰਵਾਰ ਸੀ ਜਾਂ ਨਹੀਂ ਸੀ, ਉਹ ਇੱਕ ਪੱਖ ਹੈ, ਪਰ ਜੇ ਉਹ ਕਸੂਰਵਾਰ ਸੀ ਵੀ ਤੇ ਉਹਨੂੰ ਫੜ ਕੇ ਵੈਸੇ ਮਾਰਿਆ ਗਿਆ ਤਾਂ ਉਹ ਗੈਰ ਕਾਨੂੰਨੀ ਤਾਂ ਹੈ ਹੀ ਹੈ ਨਾ। ਬਿਲਕੁਲ ਸਹੀ ਗੱਲ ਹੈ। ਦੇਖੋ ਬਹੁਤ ਸਾਰੇ ਮੁਕਾਬਲੇ ਜਿਹੜੇ ਆ ਨਾ ਜੀ, ਉਹ ਸ਼ੱਕੀ ਨੇ ਜੀ, ਔਰ ਉਹਨਾਂ ਦੇ ਵਿੱਚ ਕਈ ਜਗ੍ਹਾ ਅਸੀਂ ਵੀ ਰੈਸਿਸਟ ਕੀਤਾ। ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਇੱਕ ਜਗ੍ਹਾ ਮੈਨੂੰ ਕਿਸੇ ਨੇ ਕਿਹਾ ਕਿ ਫਲਾਣਾ ਬੰਦੇ ਨੂੰ ਤੁਸੀਂ ਮਾਰ ਦਿਓ ਜੀ, ਆਈ ਰਜਿਸਟਰਡ ਕਿ ਮੈਂ ਇਹ ਗਲਤ ਕੰਮ ਨਹੀਂ ਕਰਾਂਗਾ ਜੀ। ਉਹਦੇ ਲਈ ਉਹਨਾਂ ਨੇ ਮੇਰੇ ਖਿਲਾਫ ਲਿਖ ਕੇ ਭੇਜਦਾ ਇਹਨੂੰ ਡਿਸਮਿਸ ਕੀਤਾ ਜਾਵੇ ਜੀ। ਔਰ ਉਹ ਗੱਲ ਜਿਹੜੀ ਆ ਉੱਪਰ ਵਾਲੇ ਬੰਦੇ ਕਹਿੰਦੇ ਸੀ ਕਿ ਦਿਸ ਇਜ਼ ਨਾਟ ਵਨ ਪਾਰਟ ਜੀ, ਇਹਦੇ ਹੋਰ ਵੀ ਕਈ ਹੈਗੇ, ਹੀ ਇਜ਼ ਅ ਵੈਰੀ ਨਾਈਸ ਆਫੀਸਰ, ਵੀ ਵਿਲ ਨਾਟ ਡਿਸਮਿਸ। ਸੋ ਉਹ ਮੈਨੂੰ ਉਸ ਜ਼ਿਲ੍ਹੇ 'ਚੋਂ ਬਦਲ ਦਿੱਤਾ। ਹਾਂਜੀ, ਲੇਕਿਨ ਇਹ ਗੱਲ ਜਿਹੜੀ ਹੈ, ਮੈਂ ਨਾ ਹੁਣ ਤੁਹਾਨੂੰ ਇੱਕ ਗੁਰਬਾਣੀ ਦਾ ਹਵਾਲਾ ਮੈਂ ਵੀ ਦੇਣ ਲੱਗਿਆ। ਬਾਬੇ ਨਾਨਕ ਨੇ ਲਿਖਿਆ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਚੋਰੀ ਮੰਗੇ ਦਾਨ ਲਾ ਲਓ। ਕਦੇ ਨਾ ਕਦਾਈ ਬਾਬਰ ਦਾ ਨਾਂ ਵੀ ਲੈਣਾ ਚਾਹੀਦਾ। ਜੇ ਤੁਸੀਂ ਨਾਗੋ ਕੇ ਦਾ ਨਾਂ ਲੈਂਦੇ ਹੋ ਤੇ ਇਹ ਨਾਂ ਕਿਉਂ ਨਹੀਂ ਲੈਂਦੇ ਕਿ ਇਸ ਆਫੀਸਰ ਨੇ ਮੈਨੂੰ ਇਹ ਕਿਹਾ ਕਿ ਇਹ ਕੰਮ ਕਰਨਾ ਪਏਗਾ, ਮੈਂ ਇਹਨੂੰ ਜਵਾਬ ਦਿੱਤਾ, ਫਲਾਣੇ ਬੰਦੇ ਨੂੰ ਮੈਨੂੰ ਕਿਹਾ ਗਿਆ ਸੀ ਕਿ ਇਹਨੂੰ ਮਾਰਿਆ ਜਾਵੇ। ਦੇਖੋ ਮੈਂ ਜਿਹੜੀ ਹੈ ਨਾ, ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ, ਲੈਟ ਦੇਰ ਬੀ ਮੈਂ ਇਸ ਵੇਲੇ ਤਾਂ ਸੁਰਜੀਤ ਸਿੰਘ ਦੀ ਗੱਲ ਕਰਨਾ ਹੀ ਆਇਆ ਜੀ। ਜੇ ਕੋਈ ਮੈਨੂੰ ਆਪਣੇ ਆ ਕੇ ਕੋਈ ਕਮਿਸ਼ਨ, ਮੈਂ ਇੱਕ ਵਾਰੀ ਪਿਛਲੀ ਵਾਰੀ ਵੀ ਤੁਹਾਡੇ ਕਹਿ ਕੇ ਗਿਆ ਸੀ, ਕੋਈ ਕਮਿਸ਼ਨ ਕੰਸਟੀਟਿਊਟ ਹੁੰਦਾ ਜੀ ਔਰ ਮੈਨੂੰ ਉੱਥੇ ਬੁਲਾਇਆ ਜਾਂਦਾ ਤੇ ਮੈਂ ਗਵਾਹ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਵੀ ਕਹਿਣਗੇ ਮਦਈ ਦੇ ਰੂਪ ਜ਼ਰੂਰ ਉੱਥੇ ਆਪਣੀ ਗਵਾਹੀ ਦੇਵਾਂਗਾ, ਔਰ ਮੇਰੇ ਕੋਲ ਉਹਦਾ ਰਿਕਾਰਡ ਵੀ ਹੈਗਾ। ਮੈਂ ਇਹ ਕਹਿਣਾ ਚਾਹ ਰਿਹਾ ਸੀਗਾ ਕਿ ਜਿਹੜਾ ਥੱਲੇ ਵਾਲਾ ਪੁਲਿਸ ਅਫਸਰ ਹੈਗਾ ਵੇ, ਕਾਂਸਟੇਬਲ ਤੋਂ ਲੈ ਕੇ ਯਾਰ ਤੁਸੀਂ ਲਾ ਲਓ ਜਿਹੜਾ ਵੀ ਐਗਜ਼ੀਕਿਊਟਿਵ ਪਾਰਟ ਹੈਗਾ ਵੇ ਨਾ, ਫਰੰਟ ਲਾਈਨ ਪੁਲਿਸ ਅਫਸਰ ਹੈਗਾ ਵੇ, ਹੁਣ ਮੈਂ ਡਾਇਰੈਕਟਰ ਜਨਰਲ ਵਾਂ ਜੀ, ਮੈਂ ਪੁਲਿਸ ਚੀਫ ਹੈਗਾ ਵਾਂ ਜੀ, ਆ ਇੱਕ ਮਿਲਟਰੀ ਸਟਰਕਚਰ ਵਿੱਚ ਸਾਰੇ ਲੋਕੀ ਹੁਕਮ ਨਾਲ ਬੰਨੇ ਹੋਏ ਨੇ। ਉਹ ਪਾਲਿਸੀ ਤੇ ਮੈਂ ਡਿਸਾਈਡ ਕਰਦਾ ਹਾਂ, ਜਿੱਦਾਂ ਮੈਂ SSP ਮੁੰਡੇ ਲਾਣਾ ਸ਼ੁਰੂ ਕਰ ਦਿੰਦਾ ਵਾਂ ਜਿਹਨਾਂ ਕੋਲ ਐਕਸਪੀਰੀਅੰਸ ਨਹੀਂ, ਉਹ ਪਾਲਿਸੀ ਮੈਂ ਡਿਸਾਈਡ ਕਰਦਾ ਜਦੋਂ ਉਹਨਾਂ ਨੂੰ ਆਊਟ ਆਫ ਟਰਨ ਪ੍ਰਮੋਸ਼ਨਾਂ ਮੈਂ ਦੇਣੀਆਂ ਨੇ। ਤੇ ਤੁਸੀਂ ਜਿੰਨਾ ਰੌਲਾ ਮਰਜ਼ੀ ਪਾਈ ਜਾਓ, ਤੁਸੀਂ ਇਹਨਾਂ ਨੂੰ ਕਿਹਨੂੰ ਦੱਸ ਕੇ ਸੁਣਾਓਗੇ? ਪਾਲਿਸੀ ਤਾਂ ਉਧਰੋਂ ਚੱਲੀ ਹੋਈ ਵੇ ਜੀ। ਬੇਸਿਕਲੀ ਤੁਸੀਂ ਜੋ ਗੁਜਰਾਤ 'ਚ ਐਨਕਾਊਂਟਰ ਕਰਦੇ ਜੇ, ਤੁਸੀਂ ਹੁਣ ਤੁਹਾਡੇ ਕੋਲ ਪੁਲਿਸ ਅਫਸਰ ਬੈਠੇ ਨੇ ਪ੍ਰੋਫੈਸ਼ਨਲ, ਜਿਨ੍ਹਾਂ ਕੋਲ ਐਕਸਪੀਰੀਅੰਸ ਹੈਗਾ ਵੇ, ਉਹ ਫਾਈਲਾਂ ਵਿੱਚੋਂ ਅਫਸਰ ਨਹੀਂ ਬਣੇ ਹੋਏ ਹੈਗੇ। ਹੁਣ ਤੁਸੀਂ ਦੇਖੋ ਕਿ ਆਪਰੇਸ਼ਨਲੀ ਪੁਲਿਸ ਹਮੇਸ਼ਾ ਇੰਡੀਪੈਂਡੈਂਟ ਹੁੰਦੀ ਹੈ ਜੀ। ਪੋਲੀਟੀਸ਼ੀਅਨ ਜਿਹੜਾ ਵੇ ਉਹਨੂੰ ਆਪਰੇਸ਼ਨਲੀ ਡਾਇਰੈਕਟ ਨਹੀਂ ਕਰ ਸਕਦਾ ਹੈਗਾ ਜੀ, ਠੀਕ ਹੈ ਨਾ ਜੀ। ਤੇ ਤੁਸੀਂ ਇੱਥੇ ਪੋਲੀਟੀਸ਼ੀਅਨ ਨੂੰ ਕਿਤੇ ਕਨੈਕਟ ਨਹੀਂ ਕਰ ਸਕਦੇ। ਔਰ ਆਹ ਪਾਲਿਸੀ ਡਿਸੀਜਨ ਜਿਹੜੇ ਨੇ ਡਾਇਰੈਕਟਰ ਜਨਰਲ ਲੈਵਲ ਤੋਂ ਚੱਲਦੇ ਨੇ, ਐਂਡ ਇਟ ਇਜ਼ ਆਊਟਕਮ ਆਫ देयर ਅਨਪ੍ਰੋਫੈਸ਼ਨਲ ਕੰਡਕਟ, ਕਿਉਂਕਿ ਉਹਨਾਂ ਨੂੰ ਅਸਲੀ ਕੰਮ ਤੇ ਆਉਂਦਾ ਨਹੀਂ। ਪਬਲਿਕ ਨੂੰ ਵਿਖਾਉਣਾ ਚਾਹੁੰਦੇ ਨੇ ਪੁਲਿਸ ਕੰਮ ਕਰ ਰਹੀ ਹੈ, ਡੈਮੋਨਸਟ੍ਰੇਟ ਕਰਨ ਵਾਸਤੇ ਜੀ। ਤੇ ਆ ਉਹਦੇ ਵਿੱਚ ਅਫਸਰ ਜੇ ਛੋਟੇ ਥੱਲੇ ਵਾਲੇ ਜੂਨੀਅਰ ਅਫਸਰ ਨੇ, ਜਿਵੇਂ ਅਰਿਦਮਨ ਜੀ ਦਾ ਮਤਲਬ ਤਾਂ ਇਹ ਹੋ ਗਿਆ ਕਿ ਵੀ ਜਿਸ ਕਿਸਮ ਦਾ ਮਾਹੌਲ ਹੈ, ਜਿਸ ਕਿਸਮ ਦਾ ਆਪ ਹੁਦਰਾਪਣ ਚੱਲ ਰਿਹਾ ਹੈ, ਉਹਦੇ ਵਿੱਚ ਤੇ ਸਾਨੂੰ ਸੱਚ ਸਿਰਫ ਉਦੋਂ ਹੀ ਪਤਾ ਲੱਗੇਗਾ ਜਾਂ ਤਾਂ ਮਾਪੇ ਰੌਲਾ ਪਾਣਗੇ ਕਿ ਸਾਡਾ ਜਵਾਕ ਦੱਸੋ ਕਿੱਥੇ ਗਿਆ, ਜਾਂ ਫਿਰ ਕੋਈ ਬੰਦਾ ਇਸ ਤਰੀਕੇ ਨਾਲ ਔਖਾ ਹੋ ਜਾਏਗਾ ਜਿਹਨੂੰ ਤਰੱਕੀ ਨਹੀਂ ਮਿਲੇਗੀ, ਜਾਂ ਕੋਈ ਬਾਅਦ ਦੇ ਵਿੱਚ ਆਪਣੀ ਆਤਮਾ ਦੇ ਉੱਤੇ ਬੋਝ ਮਹਿਸੂਸ ਕਰੇਗਾ ਤੇ ਰਿਟਾਇਰਮੈਂਟ ਹੋਣ ਤੋਂ ਬਾਅਦ ਉਹ ਦੱਸੇਗਾ ਕਿ ਇਦਾਂ ਹੋਇਆ ਸੀ। ਦੇਖੋ ਜੀ, ਪ੍ਰੈਕਟੀਕਲ ਦੀ ਸਿਚੁਏਸ਼ਨ ਹੈ, ਜੇ ਤੁਸੀਂ ਪਹੁੰਚਦੇ ਜੇ ਤੁਸੀਂ ਇਹ ਕਮਰੇ 'ਚ ਇੱਕ ਬੰਦੇ ਨੂੰ ਜਿਹਨੂੰ ਗਨ ਰਾਈਫਲ ਚਲਾਣੀ ਨਹੀਂ ਆਉਂਦੀ ਹੈ, ਕਿਫਟ ਚਲਾਣੀ, ਉਹਨੂੰ ਉੱਥੇ ਵੜ ਦਿਓ, ਹੀ ਇਜ਼ ਇਨ ਅ ਫੋਰਟੀਫਿਕੇਸ਼ਨ ਜੀ। ਤੁਸੀਂ ਜਿੰਨੀ ਮਰਜ਼ੀ ਫਾਇਰ ਪਾਵਰ ਯੂਜ਼ ਕਰ ਲਓ ਜੀ, ਤੁਸੀਂ ਜਿੰਨਾ ਉਹ ਤੁਹਾਨੂੰ ਕੈਜੁਅਲਟੀ ਕਰਦਾ ਰਹੇਗਾ, ਠੀਕ ਹੈ ਨਾ। ਤੇ ਤੁਸੀਂ ਇਹ ਮੁਕਾਬਲਾ ਕਰ ਰਹੇ ਹੋ, ਤੁਹਾਡੇ ਤੇ ਕਿਤੇ ਝੀਟ ਨਹੀਂ ਵੱਜੀ, ਪਰ ਤੁਸੀਂ ਹਮੇਸ਼ਾ ਚਿੱਤ ਕਰਦੇ ਜਾ ਰਹੇ ਹੋ ਲਗਾਤਾਰ, ਇਹਨਾਂ ਜੀ 4 ਉਹਨਾਂ ਜੀ 70 ਉਹਨੇ 75 ਜੀ, ਠੀਕ ਹੈ ਨਾ ਜੀ। ਸੋ ਉਹ ਤੇ ਫਰੋਮ ਦਾ ਫੇਸ ਆਫ ਇਟ ਯੂ ਕੈਨ ਮੇਕ ਆਊਟ ਇਟਸ ਅ ਫੇਕ ਐਨਕਾਊਂਟਰ, ਇਟਸ ਅ ਫਾਲਸ ਐਨਕਾਊਂਟਰ। ਗੁਜਰਾਤ ਦੇ ਵਿੱਚ ਜੋ ਇਸ ਵੇਲੇ ਬਹਿਸ ਚੱਲ ਰਹੀ ਹੈ ਝੂਠੇ ਪੁਲਿਸ ਮੁਕਾਬਲਿਆਂ ਦੇ ਹਵਾਲੇ ਨਾਲ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅਜਿਹੇ ਮੌਕਿਆਂ ਦੇ ਉੱਤੇ ਜਿਹੜੇ ਅਹਿਮ ਗਵਾਹ ਹੁੰਦੇ ਨੇ, ਜਿਹੜੇ ਫੈਸਲਾਕੁਨ ਸਾਬਤ ਹੁੰਦੇ ਨੇ, ਉਹ ਉਹੀ ਹੋ ਸਕਦੇ ਨੇ ਜਿਹੜੇ ਮੌਕੇ ਤੇ ਹਾਜ਼ਰ ਸੀ। ਐਬਸੋਲੂਟਲੀ। ਤੇ ਇਹਦਾ ਮਤਲਬ ਸਾਨੂੰ ਹੁਣ ਜਦੋਂ ਅਗਲੇ ਸਾਲਾਂ ਦੇ ਵਿੱਚ 10-15 ਸਾਲਾਂ ਦੇ ਵਿੱਚ ਜਿਹੜੇ ਉਸ ਵੇਲੇ ਮੁੰਡੇ ਭਰਤੀ ਹੋਏ ਸੀ, ਜਿਨ੍ਹਾਂ ਨੇ ਸਾਰੇ ਕੰਮ ਕੀਤੇ ਨੇ, ਜਦੋਂ ਰਿਟਾਇਰ ਹੋ ਕੇ ਘਰਾਂ ਨੂੰ ਪਰਤਣਗੇ, ਉਹਨਾਂ ਦੀ ਆਤਮਾ ਤੇ ਬੋਝ ਪਏਗਾ ਤਾਂ ਕਿਤੇ ਸਾਨੂੰ ਕੁਝ। ਬਟ ਟੈਲ ਮੀ ਵਨ ਥਿੰਗ, ਵਿਲ ਇਟ ਹੈਵ ਸਮ ਮੀਨਿੰਗ ਜੀ? ਇਹੀ ਮੈਂ ਇਹ ਤਾਂ ਮੈਂ ਤੁਹਾਨੂੰ ਪੁੱਛਣਾ, ਮੈਂ ਇਹਦੇ 'ਚ ਇੱਕ ਗੱਲ ਕਹਿਣੀ ਚਾਹਾਂਗਾ ਆਪਣੇ ਐਕਸਪੀਰੀਅੰਸ 'ਚੋਂ ਜੀ। ਦੇਖੋ ਇਹ ਮਸਲੇ ਹਾਈ ਕੋਰਟ 'ਚ ਵੀ ਗਏ, ਇਹ ਮਸਲੇ ਸੁਪਰੀਮ ਕੋਰਟ 'ਚ ਵੀ ਗਏ ਜੀ, ਔਰ ਪੋਲੀਟੀਸ਼ੀਅਨਾਂ ਕੋਲ ਤਾਂ ਸਾਰੇ ਪਾਸੇ ਗਏ, ਲੇਕਿਨ ਕਿਸੇ ਵੀ ਕੋਰਟ ਨੇ ਹਾਂਜੀ ਇਹ ਫੈਸਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ
ਕਿ ਜਿਹੜਾ ਇਹ ਕਾਗਜ਼ ਮੇਰੇ ਸਾਹਮਣੇ ਆਇਆ ਮੈਂ ਇਹਦੀ ਸੱਚਾਈ ਵੱਲ ਲੱਭਾਂ। ਫੇਥ ਕਿਹਦੇ ਕੋਲ ਹੋਏਗਾ? ਜਿਹੜਾ ਸਿਪਾਹੀ ਐਨਕਾਊਂਟਰ ਕਰਕੇ ਔਰ ਲਿਖਦਾ ਵੀ ਐਨਕਾਊਂਟਰ ਕਰਕੇ ਉਹ ਡੀਐਸਪੀ ਬਣ ਜਾਂਦਾ, ਡੀਆਈਜੀ ਰਿਟਾਇਰ ਹੁੰਦਾ। ਜਿਹੜੇ ਉਸ ਤੋਂ ਸੀਨੀਅਰ ਹੈ ਉਹਨਾਂ ਨੇ ਕੀ ਗੁਨਾਹ ਕੀਤਾ ਇਹ ਕਿਸੇ ਕੋਰਟ ਨੇ ਨਹੀਂ ਪੁੱਛਿਆ। ਅਸੀਂ ਚਾਹਲ ਸਾਹਿਬ ਸਾਡੇ ਕੋਲ ਇੱਕ ਬੀਐਸਐਫ ਦੇ ਅਫਸਰ ਬੈਠੇ ਨੇ ਤੇ ਇੱਕ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦੇ ਵਿੱਚ ਐਸਐਸਪੀ ਰਿਟਾਇਰ ਹੋਏ ਨੇ। ਇਹ ਦੋਨੇ ਅਦਾਲਤ ਦੇ ਉੱਤੇ ਬਹੁਤ ਗੰਭੀਰ ਕਿਸਮ ਦੇ ਸਵਾਲ ਕਰ ਰਹੇ ਨੇ ਇਹਨਾਂ ਮਾਮਲਿਆਂ ਦੇ ਵਿੱਚ। ਤੁਸੀਂ ਦੱਸੋ ਕਿ ਵੀ ਜਦੋਂ ਇਹ ਸਵਾਲ ਹੋ ਰਹੇ ਨੇ ਉਸ ਪਾਸੇ ਇਸ ਕਿਸਮ ਦੇ ਖੁਲਾਸੇ ਹੋ ਰਹੇ ਨੇ, ਸਾਡੇ ਕੋਲ ਕੋਈ ਇਸ ਵੇਲੇ ਕੋਈ ਇੱਦਾਂ ਦਾ ਤੌਰ ਤਰੀਕਾ ਹੋ ਸਕਦਾ ਜਿਹਦੇ ਨਾਲ ਇਹ ਜਿਹੜੇ ਮਾਮਲੇ ਨੇ ਇਹਨਾਂ ਨੂੰ ਅੰਤਿਮ ਇਨਸਾਫ ਵੱਲ ਲਿਜਾਇਆ ਜਾ ਸਕੇ? ਦੇਖੋ, ਮੈਂ ਤੁਹਾਡਾ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਇੱਕ ਬੇਨਤੀ ਕਰਦਾ ਤੁਹਾਨੂੰ ਕਿ ਜਦੋਂ ਗਿੱਲ ਦਾ ਟਰਾਇਲ ਹੋਇਆ ਸੀ ਨਾ, ਗਿੱਲ ਕੌਣ? KPS ਗਿੱਲ ਦਾ। ਓਕੇ ਜੀ। ਉਹਦੇ 'ਚ ਇੱਕ ਗੱਲ ਬੜੀ ਉੱਭਰ ਕੇ ਆਈ ਸੀ, ਕਿਉਂਕਿ ਪੰਜਾਬ ਦੇ ਵਿੱਚ ਜੇ ਕੋਈ ਗਿੱਲ ਜਾਂ ਢਿੱਲੋਂ ਕਹਿ ਦੇਵੇ ਨਾ ਤੇ ਅੱਧਾ ਪੰਜਾਬ ਆਪਾਂ DGP ਗਿੱਲ ਦੀ ਗੱਲ ਕਰਦੇ ਹਾਂ। ਉਦੋਂ ਇੱਕ ਗੱਲ ਬੜੀ ਉੱਭਰ ਕੇ ਆਈ ਸੀ ਵੀ ਰੇ ਉਦੋਂ ਗਵਰਨਰ ਸੀ ਜੀ। ਗਵਰਨਰ ਨੇ ਮਿਸਿਸ ਬਜਾਜ ਨੂੰ ਇਹ ਗੱਲ ਬੁਲਾ ਕੇ ਕਹੀ ਸੀ ਵੀ ਮੈਡਮ ਫਾਰ ਦੀ ਇੰਟਰਸਟ ਆਫ ਨੈਸ਼ਨਲ ਇੰਟੈਗ੍ਰਿਟੀ ਜੇ ਤੈਨੂੰ ਛੇੜਿਆ ਵੀ ਹੈ ਤੇ ਤੈਨੂੰ ਚੁੱਪ ਕਰ ਜਾਣਾ ਚਾਹੀਦਾ ਜੀ। ਮਤਲਬ ਕਹਿਣ ਤੋਂ ਭਾਵ ਇਹ ਕਿ ਜਿਹੜਾ ਕ੍ਰਾਈਮ ਹੋ ਰਿਹਾ ਸੀ ਨਾ ਪੁਲਿਸ ਦੇ ਵਿੱਚ, ਜਿਹਨੂੰ ਉਸ ਵੇਲੇ DGP ਗਿੱਲ ਹੈਡ ਕਰ ਰਿਹਾ ਸੀ, ਉਹਦੇ ਤੇ ਬਿੱਟੀ ਪਾਉਣ ਲਈ ਜਿਸ ਤਰ੍ਹਾਂ ਹੁਣੇ ਗੱਲ ਆਈ ਆ ਕਿ ਕੋਈ ਵਿਲ ਨਹੀਂ ਸੀ, ਪੋਲੀਟੀਕਲ ਵਿਲ ਨਹੀਂ ਸੀ, ਬਾਕੀ ਆਫੀਸ਼ੀਅਲ ਵਿਲ ਤਾਂ ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਬਾਕੀ ਜਿੱਥੋਂ ਤੱਕ ਅਦਾਲਤਾਂ ਦਾ ਸਵਾਲ ਹੈ, ਅਦਾਲਤਾਂ ਦਾ ਬਹੁਤ ਹੀ ਨਕਮਾ ਐਟੀਟਿਊਡ ਰਿਹਾ, ਇਹਦੇ 'ਚ ਕੋਈ ਦੋ ਸ਼ੱਕ ਨਹੀਂ। ਅਦਾਲਤਾਂ ਨੇ ਜਿਹੜੀ ਗੱਲ ਕਤਲੇਆਮ ਮਨੁੱਖਤਾ ਦੀ ਹੋਈ ਆ ਉਹਦੇ ਤੇ ਇੱਕ ਮੋਹਰ ਲਾ ਦਿੱਤੀ ਹੈ। ਸਗੋਂ ਉਹਨੂੰ ਕੋਈ ਪ੍ਰੋਬ ਕਰਨ ਦੀ ਜਗ੍ਹਾ, ਚਾਹੇ ਉਹਨਾਂ ਲੋਕਾਂ ਨੂੰ ਇਨਸਾਫ ਦੇਣ ਦੀ ਜਗ੍ਹਾ, ਚਾਹੇ ਲੋਕਾਂ ਦੀ ਜਿਹੜੀਆਂ ਅਸੀਂ ਏਡੀਆਂ ਵੱਡੀਆਂ ਜਿਹੜੀਆਂ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹਨਾਂ ਨੂੰ ਸਜ਼ਾ ਦੇਣ ਦੀ ਜਗ੍ਹਾ ਉਹਨਾਂ 'ਤੇ ਬਿਲਕੁਲ ਮੋਹਰ ਲਾ ਦਿੱਤੀ ਵੀ ਜੋ ਪੁਲਿਸ ਨੇ ਕੀਤਾ, ਜੋ ਰਾਜਨੀਤਿਕ ਤੌਰ 'ਤੇ ਹੋਇਆ ਉਹ ਬਿਲਕੁਲ ਠੀਕ ਆ। ਉਹਦਾ ਨਤੀਜਾ ਸਾਡੇ ਕੋਲ ਹੈਗਾ ਜੀ। ਕਾਉਂ ਕੋਈ ਕਤਲ ਦੇ ਬਾਰੇ ਜਿਹੜਾ ਹੈ, ਕੁਲਦੀਪ ਸਿੰਘ ਨਾਂ ਦਾ ਬੰਦਾ ਹੈ, ਉਹਨੇ ਰੌਲਾ ਪਾ ਦਿੱਤਾ, ਹਾਈ ਕੋਰਟ 'ਚ ਰਿਟ ਪਟੀਸ਼ਨ ਵੀ ਹੋਈ, ਉਹਦੀ ਇਨਕੁਆਇਰੀ ਲਈ ਵੀ ਆਰਡਰ ਹੋ ਗਿਆ, ਲੇਕਿਨ ਉਹਦੇ ਤੇ ਫਿਰ ਜਦੋਂ ਗੱਲ ਆਈ ਉਹਦੇ ਤੇ ਇਨਵੈਸਟੀਗੇਸ਼ਨ ਜਿਹੜੀ ਆ ਡਿਵੀਜ਼ਨ ਬੈਂਚ ਨੇ ਬੰਦ ਕਰ ਦਿੱਤੀ। ਕਈ ਮਾਮਲਿਆਂ ਦੇ ਵਿੱਚ ਸਰਕਾਰ ਨੇ ਆਪਣੇ ਹਲਫਨਾਮੇ ਦਾਇਰ ਕੀਤੇ ਨੇ। ਬਿਲਕੁਲ, ਇਸ ਕਰਕੇ ਅਦਾਲਤਾਂ ਦਾ ਜਿਹੜਾ ਹੈ ਏਡਾ ਵੱਡਾ ਇਤਰਾਜ਼ ਰੋਲ ਜਿਹੜਾ ਹੈ ਉਹ ਬੜਾ ਆਉਣ ਵਾਲਾ ਸਮਾਂ ਦੱਸੇਗਾ ਵੀ ਅਦਾਲਤ ਜਿਹੜਾ ਸਿਸਟਮ ਸੀ ਇਹ ਬਿਲਕੁਲ ਉਸੇ ਤਰ੍ਹਾਂ ਦਾ ਨਕਮਾ ਸੀ ਜਿੱਦਾਂ ਦਾ ਪੁਲਿਸ ਦਾ ਰਾਜ ਨਕਮਾ, ਪੁਲਿਸ ਦਾ ਸਿਸਟਮ ਨਕਮਾ ਸੀ, ਚਾਹੇ ਪੋਲੀਟੀਕਲ ਸਿਸਟਮ। ਜੀ ਅਰਿਦਮਨ ਜੀ, ਆ ਜਿਹੜੀਆਂ ਸਰ ਅਦਾਲਤਾਂ ਬਣਾਈਆਂ ਗਈਆਂ ਸੀ ਨਾ, ਆ ਅਦਾਲਤਾਂ ਤੁਹਾਨੂੰ ਨਿਆਂ ਦੇਣ ਵਾਸਤੇ ਬਣਾਈਆਂ ਹੀ ਨਹੀਂ ਸੀ ਗਈਆਂ ਜੀ। ਅਗਰ ਤੁਸੀਂ ਬੈਂਜਾਮਿਨ ਫਰੈਂਕਲਿਨ ਨੂੰ ਪੜ੍ਹ ਲੈਂਦੇ ਹੋ ਔਰ ਤੁਸੀਂ ਜਿਹੜੀ ਸਾਡੀ ਜੁਡੀਸ਼ਰੀ ਪਰਫਾਰਮੈਂਸ ਹੈ ਇਹਨੂੰ ਅਸੈਸ ਕਰ ਲੈਂਦੇ ਹੋ, 29 ਸਾਲ ਤੱਕ 84 ਵਾਲੇ ਫਿਰਦੇ ਰਹਿਣਗੇ ਜੀ, ਠੀਕ ਹੈ ਜੀ। ਇੱਕ ਜੈਂਟਲਮੈਨ ਉਹਨਾਂ ਦਾ ਕੇਸ ਲੜਦਾ ਰਹੇਗਾ, ਫਿਰ ਅੱਗੇ ਉਹਦਾ ਮੁੰਡਾ ਉਹਨਾਂ ਦੇ ਕੇਸ ਲੜਨੇ ਸ਼ੁਰੂ ਹੋ ਜਾਏਗਾ। ਜਸਟਿਸ ਕੰਟੈਕਚੁਅਲ ਹੁੰਦਾ ਵੇ, ਕਿਸੇ ਕੰਟੈਕਸਟ ਵਿੱਚ ਜਸਟਿਸ ਹੁੰਦਾ ਵੇ, ਉਹ ਜਸਟਿਸ ਦਾ ਕੋਈ ਟਾਈਮ ਨਹੀਂ ਆ ਜਾਂਦਾ ਵੇ। ਅਸੀਂ ਜਸਟਿਸ ਵਰਮਾ ਨੂੰ ਲਿਖਿਆ ਸੀ that these rapes are taking place not because of the failure of the police or something. People, they have rejected police and judiciary both. Nobody wants to become witness. Nobody wants to go to court. And that's the reason that people they die because of the apathy. ਅਸੀਂ ਮੂਰਖ ਕੌਮ ਆ, ਹਿੰਦੁਸਤਾਨੀ ਸੱਪ ਨੂੰ ਤੇ ਦੁੱਧ ਪਿਆਉਂਦੇ ਆ ਜੀ। ਅਸੀਂ ਟੀਵੀ ਸੀਰੀਅਲ ਵੇਖ ਕੇ ਰੋਣ ਲੱਗ ਜਾਂਦੇ ਆ। ਮੇਰੇ ਕਿਸੇ ਸਾਥੀ ਨੇ ਕਿਤੇ ਬੋਲਿਆ ਸੀਗਾ ਤੇ ਅਸੀਂ ਸੜਕ ਤੇ ਕੁੜੀ ਪਈ ਹੋਈ ਤੇ ਉਹਦੀ ਅਸੀਂ ਮਦਦ ਨਾ ਕਰੀਏ। ਵੀ ਡੋਂਟ ਡੂ ਇਟ ਬਿਕੋਜ਼ ਵੀ ਡੋਂਟ ਟਰਸਟ ਦਿਸ ਜੁਡੀਸ਼ਰੀ, ਵੀ ਡੋਂਟ ਟਰਸਟ ਦਿਸ ਪੁਲਿਸ, ਐਂਡ ਦੈਟ ਇਜ਼ ਦ ਆਊਟਕਮ and it is the way of rejecting it. So they must understand it. They are not dispensing you justice. ਅੱਜ ਤੱਕ ਕਿਤੇ ਦੱਸੋ ਕੋਈ ਸਰਵੇ ਹੋਇਆ? ਅਸੀਂ ਇੱਕ ਸਰਵੇ ਕਰਨਾ ਚਾਹ ਰਹੇ ਹਾਂ ਵੀ ਕਿਹੜੇ ਕੋਰਟਾਂ ਦੇ ਵਿੱਚ ਕਿੰਨਾ, ਇਹਨਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਤਰੀਕ ਐਲੋਕੇਟ ਕਰਨ ਦਾ, ਫਲਾਣਾ ਕਰਨ ਦਾ। CBI ਦੇ ਕੇਸ ਇੱਕ ਆਪਣਾ ਫਿਰੋਜ਼ਪੁਰ ਦਾ ਮੁੰਡਾ ਵੇ, ਮੈਨੂੰ ਮਿਲਿਆ ਵੇ ਉਹ ਕਾਂਸਟੇਬਲ, ਉਹਨੂੰ ਬਾਅਦ ਵਿੱਚ ਇਹਨਾਂ ਨੇ ਡਿਸਮਿਸ ਕੀਤਾ ਵੇ। ਜਿਹੜੇ ਬੰਦੇ ਨੇ ਆਵਾਜ਼ ਚੁੱਕੀ ਉਹਨੂੰ ਡਿਸਮਿਸ ਕਰ ਦਿਓ ਜੀ। ਉਹ ਕੇਸ ਉੱਤੇ ਜਾ ਕੇ ਉਹਨਾਂ ਨੇ ਸਟੇ ਲੈ ਲਈ। ਸਟੇ ਦੇਣ ਵਾਲੇ ਵੀ ਉੱਪਰ ਵਾਲੇ ਨੇ। ਇੱਕ ਪਾਸੇ ਤੁਸੀਂ ਮੋਦੀ ਨੂੰ ਕੁਐਸਚਨ ਕਰ ਰਹੇ ਹੋ, ਇੱਕ ਪਾਸੇ ਤੁਹਾਡੇ ਹੋਮ ਸੈਕਟਰੀ ਜਿਹੜੇ ਨੇ ਉਹ ਡਿਸੀਜਨ ਲੈ ਰਹੇ ਨੇ ਕਿ ਜੀ ਮੀਟਿੰਗ ਆਫ ਮਾਈਂਡ, ਨਵੇਂ ਕਨਸੈਪਟ ਕੱਢ ਰਹੇ ਨੇ। ਬੇਸਿਕਲੀ ਆ ਸਾਰੇ ਲਾਅ, ਆ ਸਾਰਾ ਸਿਸਟਮ, ਇਹਨਾਂ ਦੀ ਵਰਡਿੰਗ, ਇਹਨਾਂ ਦਾ ਸਟਰਕਚਰ ਇਸ ਤਰ੍ਹਾਂ ਬਣਾਇਆ ਸੀ that gives absolute discretion to your judges and that's the root cause of corruption ਜੀ। ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਮੌਜੂਦਾ ਪ੍ਰਬੰਧ ਹੈ ਇਹਦੇ ਵਿੱਚੋਂ ਇਨਸਾਫ ਦੀ ਸਾਨੂੰ ਤਵੱਕੁ ਨਹੀਂ ਕਰਨੀ ਚਾਹੀਦੀ। It was not designed to give you justice, it was just to fool you and that's what is happening ਜੀ। That's what I say, that is the laws of the ਲਾਲਪੁਰਾ ਜੀ, ਤੁਸੀਂ ਜਿਹੜੀ ਇੱਕ ਗੱਲ ਕਹੀ ਸੀਗੀ, ਤੁਸੀਂ ਪੰਜਾਬ ਦੇ ਉਸ ਵੇਲੇ ਦੇ ਜਿਹੜੇ ਤਤਕਾਲੀ ਮੁੱਖ ਮੰਤਰੀ ਸੀਗੇ ਬੇਅੰਤ ਸਿੰਘ ਹੋਣਾ ਨੂੰ ਤੁਸੀਂ ਤਜਵੀਜ਼ ਦਿੱਤੀ ਸੀ ਕਿ ਪੰਜਾਬ ਦੇ ਵਿੱਚ ਇੱਕ ਕਮਿਸ਼ਨ ਹੋਣਾ ਚਾਹੀਦਾ। ਬਿਲਕੁਲ। ਹੁਣ ਵੀ ਉਸ ਕਿਸਮ ਦੇ ਕਮਿਸ਼ਨ ਦੀ ਕੋਈ ਅਹਿਮੀਅਤ ਬਣੇਗੀ ਜੀ ਅੱਜ ਦੇ ਦਿਨ ਖੁੱਲ੍ਹਦਾ? ਕਿਉਂਕਿ ਜੇ ਉਸ ਕਿਸਮ ਦਾ ਕਮਿਸ਼ਨ ਬਣੇਗਾ ਉਹਦੇ ਵਿੱਚ ਅਰਿਦਮਨ ਜੀ ਨੂੰ ਵੀ ਮੈਂ ਚਾਹਾਂਗਾ ਕਿ ਬਤੌਰ ਗਵਾਹ ਵੀ ਬੁਲਾਇਆ ਜਾਵੇ, ਤੁਹਾਨੂੰ ਵੀ ਬੁਲਾਇਆ ਜਾਵੇ। ਬਿਲਕੁਲ ਇਸ ਤਰ੍ਹਾਂ ਦਾ ਦੇਖੋ ਕਮਿਸ਼ਨ ਬਣਨਾ ਚਾਹੀਦਾ। ਪਹਿਲੀ ਗੱਲ ਹੈ ਲੋਕਾਂ ਨੂੰ ਇਨਸਾਫ ਨਜ਼ਰ ਤਾਂ ਆਵੇ ਨਾ। ਹੁਣ ਆ ਪਿੱਛੇ ਗੁਰਨਾਮ ਬੰਡਾਲਾ ਮਾਰ ਕੇ ਪੈਸੇ ਲੈ ਲੈ, ਇਨਾਮ ਲੈ ਲੈ, ਬੰਦਾ ਜੀਂਦਾ ਫਿਰਦਾ ਔਰ ਇਹ ਕਈ ਸਾਲਾਂ ਤੋਂ ਅਦਾਲਤਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਤੁਰਿਆ ਫਿਰ ਰਿਹਾ। ਕਿਸੇ ਬੰਦੇ ਨੇ, ਉਹ ਬੰਦਾ ਐਸੀ ਵੱਡੀ ਕੁਰਸੀ ਤੇ ਬੈਠਾ ਹੈ, ਉਹ ਗਵਾਹਾਂ ਨੂੰ ਡਰਾ ਵੀ ਸਕਦਾ, ਉਹਨਾਂ ਨੂੰ ਸਾਰਾ ਕੁਝ
ਕਰ ਵੀ ਸਕਦਾ ਜੀ ਤੇ ਕੌਣ ਬੰਦਾ ਜਾ ਕੇ ਗਵਾਹੀ ਦੇ ਕੇ ਆਪਣੀ ਲਾਈਫ ਨੂੰ ਰਿਸਕ ਦੇ ਵਿੱਚ ਪਾਏਗਾ ਜੀ ਸੋ ਜਿਹੜੇ ਬੰਦੇ ਲੈ ਕੇ ਜਿਹੜੇ ਇਹਨੂੰ ਮੈਟਰ ਜਿਹੜਾ ਬੜਾ ਸੀਰੀਅਸ ਮੈਟਰ ਹੈ ਜੀ ਕਿਸੇ ਇਹ ਨਹੀਂ ਕਿ ਰਿਟਾਇਰਡ ਜੱਜ ਸਰਵਿੰਗ ਜੱਜ ਬੈਠੇ ਜੀ ਔਰ ਜਿਹੜਾ ਆਪਣੀ ਸਰਵਿਸ ਦੇ ਵਿੱਚ ਹੀ ਉਹ ਡਿਸੀਜਨ ਦੇਵੇ ਤੇ ਤਾਂ ਕਿ ਪਤਾ ਲੱਗ ਸਕੇ ਕਿ ਇਹਦੇ ਚ ਸੱਚਾਈ ਕੀ ਹੈ ਉਹਨੂੰ ਵੀ ਕਿਸੇ ਦਾ ਕਰਨਾ ਸਰ ਡੂਇੰਗ ਦਾ ਸੇਮ ਥਿੰਗ ਓਵਰ ਐਂਡ ਓਵਰ ਅਗੇਨ ਐਂਡ ਐਕਸਪੈਕਟਿੰਗ ਡਿਫਰੈਂਟ ਰਿਜ਼ਲਟਸ ਜੀ it is called insanity ਜੀ so many commissions we have had in this country have they ever given you justice what you will have to do have a judge and appoint jury put me as member put him as member put people of the community as members there ਜੀ and let them participate and then you will have justice ਜੀ ਚਾਹਲ ਜੀ ਆਖਰੀ ਜਿਹੜਾ ਸਵਾਲ ਹੈ ਉਹ ਇਹ ਹੈ ਕਿ ਵੀ ਜਦੋਂ ਇਹ ਖੁਲਾਸਾ ਹੋਇਆ ਸਾਡੀਆਂ ਸਾਰਿਆਂ ਦੀਆਂ ਯਾਦਾਂ ਪੁਰਾਣੀਆਂ ਤਾਜ਼ਾ ਹੋ ਗਈਆਂ ਨੇ ਜਿਨ੍ਹਾਂ ਦੇ ਨੇੜੇ ਦੇ ਜਿਨ੍ਹਾਂ ਦੇ ਘਰ ਦੇ ਜੀ ਮਾਰੇ ਗਏ ਨੇ ਉਹਨਾਂ ਨੂੰ ਦੇ ਘਰਾਂ ਦੇ ਵਿੱਚ ਮੁੜ ਕੇ ਫਿਰ 70 ਵਿਸੇ ਨੇ ਉਹਨਾਂ ਨੂੰ ਆਪਾਂ ਕੀ ਇਸ ਵੇਲੇ ਕਹਿ ਸਕਦੇ ਹਾਂ ਕਿ ਵੀ ਤੁਹਾਨੂੰ ਕੋਈ ਸੰਭਾਵਨਾ ਬਣੀ ਹੈ ਜਾਂ ਸਿਰਫ ਤੁਹਾਡੇ ਜ਼ਖਮ ਚਰੀਟੇ ਗਏ ਨੇ ਤੁਸੀਂ 4 ਦਿਨ ਹੋਰ ਰੋਵੋ ਤੇ ਉਸ ਤੋਂ ਬਾਅਦ ਚੁੱਪ ਕਰਕੇ ਬੈਠ ਜਾਓ ਦੇਖੋ ਵੀਰ ਜੀ ਇਹ ਗੱਲ ਤੇ ਮੈਂ ਬੇਨਤੀ ਤੁਹਾਨੂੰ ਕਰਦਾ ਇਹ ਜਿਹੜਾ ਇੱਕ ਮਹਿਜ਼ ਵਿਸ਼ਾ ਜਿਹੜਾ ਹੈ ਇੱਥੇ ਬਹਿਸ ਦਾ ਬਣਿਆ ਹੈ ਜੀ ਕੁਝ ਲੋਕਾਂ ਨੂੰ ਇਹ ਆਸ ਹੋ ਸਕਦੀ ਹੈ ਵੀ ਸਾਡੀ ਕੋਈ ਗੱਲ ਚੁੱਕ ਸਕਦਾ ਚਾਹੇ ਜ਼ਮੀਰ ਵਾਲੇ ਆਦਮੀ ਸਾਡੇ ਕੋਲ ਹੈਗੇ ਨੇ ਜਿਨ੍ਹਾਂ ਨੇ ਸੱਚ ਬੋਲਿਆ ਹੈ ਲੇਕਿਨ ਅੱਗੇ ਜਿਹੜਾ ਸਿਸਟਮ ਜਿਸ ਤਰ੍ਹਾਂ ਮੇਰੇ ਨਾਲ ਦੇ ਸਾਥੀ ਕਹਿ ਰਹੇ ਨੇ ਸਿਸਟਮ ਸਾਰਾ ਨਿਕੰਮਾ ਹੈ ਕਿਸੇ ਬੰਨਿਓ ਵੀ ਸਿਸਟਮ ਨਹੀਂ ਚੱਲਦਾ ਇਹ ਜਿਹੜਾ ਹੈ ਅਸੀਂ ਇਸ ਗੱਲ ਨੂੰ ਤੁਹਾਨੂੰ ਚੇਤਾ ਹੋਏਗਾ ਜਸਟਿਸ ਕੁਲਦੀਪ ਸਿੰਘ ਸੁਪਰੀਮ ਕੋਰਟ ਦੇ ਜਦੋਂ ਰਿਟਾਇਰਡ ਹੋਏ ਇੱਕਦਮ ਅਸੀਂ ਉਹਨਾਂ ਦੀ ਰਾਹਨੁਮਾਈ ਥੱਲੇ ਇੱਕ ਬੰਬੇ ਤੋਂ ਜੱਜ ਲਿਆਂਦਾ ਇੱਕ ਜਸਟਿਸ ਤਵੇਤੀਆ ਲਿਆਂਦਾ ਇੱਕ 3 ਜੱਜਾਂ ਦਾ ਪੈਨਲ ਬਣਾ ਕੇ ਇਸ ਜਿਹੜੀ ਹੈਗੀ ਸੀ ਇਹ ਗੱਲ ਅੱਗੇ ਤੋਰੀ ਸੀ ਵੀ ਆਪਾਂ ਕੋਸ਼ਿਸ਼ ਕਰੀਏ ਲੱਭੀਏ ਵੀ ਕਿੰਨੇ ਬੰਦੇ ਮਾਰੇ ਗਏ ਨੇ ਕਿਉਂ ਮਾਰੇ ਬਿਲਕੁਲ ਉਹ ਠੱਪ ਹੋ ਗਈ ਲੇਕਿਨ ਉਹ ਠੱਪ ਸਰਕਾਰ ਨੇ ਕਰਵਾ ਦਿੱਤੀ ਇੱਕ ਸੀਟ ਇੱਕ ਮਤਲਬ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਾਡਾ ਹੁਣ ਤੱਕ ਦਾ ਜਿਹੜਾ ਤਜਰਬਾ ਹੈ ਉਹ ਸਾਡਾ ਮਾੜਾ ਹੈ ਤੇ ਉਹ ਜੇ ਬਦਲ ਸਕਦਾ ਤੇ ਇਹ ਇੱਕ ਮੌਕਾ ਹੋ ਸਕਦਾ ਜਿਨ੍ਹਾਂ ਲੋਕਾਂ ਨਾਲ ਬੇਇਨਸਾਫੀ ਹੋਈ ਹੈ ਨਾ ਉਹ ਲੋਕੀ ਬੇਇਨਸਾਫੀ ਦੇ ਵਿੱਚੋਂ ਕੋਈ ਇਨਸਾਫ ਦੀ ਕਿਰ ਨਹੀਂ ਦੇਖਦੀ ਇਸ ਵੇਲੇ ਜਿੱਦਾਂ ਦਾ ਪੋਲੀਟੀਕਲ ਜਾਂ ਧਾਰਮਿਕ ਜਾਂ ਆਲੇ ਦੁਆਲੇ ਹੈ ਹੁਣ ਤਾਂ ਸਾਡੇ ਧਾਰਮਿਕ ਤੇ ਸੋਸ਼ਲ ਅਦਾਰੇ ਵੀ ਗਰਕ ਹੋ ਗਏ ਨੇ ਜੀ ਤੇ ਕੌਣ ਇਨਸਾਫ ਦਿਵਾਏਗਾ ਕੋਈ ਲੀਡ ਕਰਨ ਨੂੰ ਨਹੀਂ ਹੈਗਾ ਜੀ ਤੁਹਾਡੇ ਇਸੇ ਸਵਾਲ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਤਿੰਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਝੂਠੇ ਪੁਲਿਸ ਮੁਕਾਬਲਿਆਂ ਤੇ ਲਾਵਾਰਿਸ ਲਾਸ਼ਾਂ ਦੇ ਮਸਲੇ ਠੰਡੇ ਵਸਤੇ ਵਿੱਚ ਨਹੀਂ ਪੈ ਸਕਦੇ ਇਹਨਾਂ ਤੋਂ ਸਿਆਸਤਦਾਨ ਕੰਨੀ ਕਤਰਾ ਸਕਦੇ ਨੇ ਪੁਲਿਸ ਵਾਲੇ ਇਹਨਾਂ ਨੂੰ ਜਾਇਜ਼ ਠਹਿਰਾ ਸਕਦੇ ਨੇ ਜਾਂ ਮੁਨਕਰ ਵੀ ਹੋ ਸਕਦੇ ਨੇ ਹੋ ਸਕਦਾ ਹੈ ਕਿ ਇਹਨਾਂ ਨੂੰ ਅਦਾਲਤ ਵਿੱਚੋਂ ਕੋਈ ਅੰਤਿਮ ਫੈਸਲਾ ਨਾ ਮਿਲੇ ਕਿਸੇ ਵੀ ਕਾਰਨ ਸਹੀ ਪਰ ਸੁਰਜੀਤ ਸਿੰਘ ਨੇ ਇਸ ਮੁੱਦੇ ਨੂੰ ਸੁਰਜੀਤ ਕਰ ਦਿੱਤਾ ਹੈ ਇਨਸਾਫ ਮੰਗਦੇ ਮੰਗਦੇ ਥੱਕ ਗਏ ਬੰਦਿਆਂ ਨੂੰ ਨਵੇਂ ਸਿਰਿਓਂ ਹੰਭਲਾ ਮਾਰਨ ਦਾ ਸੱਦਾ ਮਿਲਿਆ ਹੈ ਇਹ ਸੱਦਾ ਹਰ ਹਾਲ ਵਿੱਚ ਪ੍ਰਵਾਨ ਕੀਤਾ ਹੀ ਜਾਣਾ ਚਾਹੀਦਾ ਹੈ ਹੁਣ ਮੁੱਦਾ ਸੁਰਜੀਤ ਸਿੰਘ ਦੇ ਚੁੱਪ ਹੋ ਜਾਣ ਜਾਂ ਮੁੱਕਰ ਜਾਣ ਨਾਲ ਮੁੱਕ ਨਹੀਂ ਜਾਣਾ ਇਹ ਜਮਹੂਰੀਅਤ ਦੇ ਇੱਕ ਨਹੀਂ ਸਗੋਂ ਚਾਰੇ ਥੰਮਾਂ ਲਈ ਇਮਤਿਹਾਨ ਹੈ ਕੰਨੀ ਖਿਸਕਾਓ ਜਾਂ ਜਵਾਬ ਦਿਓ ਨਮਸਕਾਰ ਸਤਿ ਸ੍ਰੀ ਅਕਾਲ ਖੁਦਾ ਹਾਫਿਜ਼ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ